ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਅਤੇ ਪੰਜਾਬ ਦੇ ਨਾਲ ਸੰਬੰਧਿਤ ਵੱਡੇ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ। ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਰਹਿੰਦੀ ਹੈ ਤੇ ਅਗਲੇ ਆਉਣ ਵਾਲੇ ਪੜਾਅ ਕਿਸਾਨੀ ਅੰਦੋਲਨ ਦੇ ਕੀ ਹੋਣਗੇ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਹੁਣ ਕਿਸਾਨੀ ਅੰਦੋਲਨ ਦੇ ਤਹਿਤ ਹੀ ਕਿਸਾਨ ਪੱਛਮੀ ਬੰਗਾਲ ਦੇ ਵਿੱਚ ਪਹੁੰਚੇ ਨੇ। ਕਿਸਾਨ ਇੱਕ ਪਾਸੇ ਪੱਛਮੀ ਬੰਗਾਲ ਦੇ ਵਿੱਚ ਪੈਰ ਰੱਖਦੇ ਨੇ ਤੇ ਦੂਜੇ ਪਾਸੇ ਭਾਜਪਾ ਨੂੰ ਵੱਡਾ ਝਟਕਾ ਪੱਛਮੀ ਬੰਗਾਲ ਦੇ ਵਿੱਚੋਂ ਮਿਲ ਜਾਂਦਾ ਹੈ। ਉੱਥੋਂ ਦੇ ਵੱਡੇ ਭਾਜਪਾ ਆਗੂ ਭਾਜਪਾ ਨੂੰ ਛੱਡ ਤ੍ਰਿਣਮੂਲ ਕਾਂਗਰਸ ਦਾ ਹਿੱਸਾ ਬਣ ਜਾਂਦੇ ਨੇ। ਕੀ ਕਾਰਨ ਆ, ਉਸ ਦੇ ਪਿੱਛੇ ਕੀ ਕੁਝ ਉਹਨਾਂ ਦਾ ਕਹਿਣਾ ਰਿਹਾ, ਉਸ ਦੇ ਉੱਤੇ ਚਰਚਾ ਕਰਾਂਗੇ ਤੇ ਇਹਦਾ ਨੁਕਸਾਨ ਕਿੱਡੇ ਵੱਡੇ ਪੱਧਰ ਦੇ ਉੱਤੇ ਭਾਜਪਾ ਨੂੰ ਹੋ ਸਕਦਾ ਹੈ, ਇਸ ਦੇ ਉੱਤੇ ਚਰਚਾ ਰਹੇਗੀ। ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸਾਨ ਮੋਰਚਾ ਜਿਸ ਕਦਰ ਹੁਣ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਆਪਣੀ ਕਿਸਾਨ ਮਹਾਪੰਚਾਇਤਾਂ ਕਰ ਰਿਹਾ, ਕਿਉਂਕਿ ਹਨੂਮਾਨਗੜ੍ਹ ਦੇ ਵਿੱਚ ਵੀ ਵੱਡੀ ਮਹਾਪੰਚਾਇਤ ਕਿਸਾਨਾਂ ਨੇ ਕੀਤੀ ਹੈ, ਉਹਦਾ ਕੀ ਆਧਾਰ ਰਹੇਗਾ ਤੇ ਇਹਨਾਂ ਦਾ ਕੀ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ। ਤੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਰਹੇਗੀ ਹਰਜੀਤ ਗਰੇਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ, ਉਸ ਬਿਆਨ ਤੋਂ ਬਾਅਦ ਕਿਸਾਨਾਂ ਦਾ ਪ੍ਰਤੀਕਰਮ ਹੈ ਤੇ ਵੱਖੋ ਵੱਖਰੇ ਹੋਰ ਪ੍ਰਤੀਕਰਮ ਨੇ। ਇਸ ਸਿਆਸੀ ਤਰਥੱਲੀ ਦੇ ਉੱਤੇ ਵੀ ਗੱਲਬਾਤ ਰਹੇਗੀ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹੁਣ ਖਲਬਲੀ ਜੀ ਮਚੀ ਹੋਈ ਹੈ, ਕਾਰਨ ਕੀ ਹੈ ਉਸ ਦੇ ਪਿੱਛੇ, ਉਸ ਦੀ ਵੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੇ ਵਿਚਕਾਰ ਜਾ ਕੇ ਗੱਲਬਾਤ ਦਿੱਲੀ ਪੁਲਿਸ ਤੇ ਹੈਲੀਕਾਪਟਰ ਦੀ ਵੀ ਰਹੇਗੀ, ਕਿਉਂਕਿ ਉਹ ਵੀ ਚਰਚਾ ਹਰਿਆਣਾ ਪੁਲਿਸ ਮਾਫ ਕਰਨਾ, ਹਰਿਆਣਾ ਪੁਲਿਸ ਵਾਲੇ ਹੈਲੀਕਾਪਟਰ ਖਰੀਦਣਾ ਚਾਹੁੰਦੇ ਆ। ਬੜੀ ਦਿਲਚਸਪ ਇਹ ਖਬਰ ਹੈ। ਬਿਲਕੁਲ। ਤੇ ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਪੱਛਮੀ ਬੰਗਾਲ ਦੇ ਵੱਲ ਚੱਲੀਏ ਤੇ ਪੱਛਮੀ ਬੰਗਾਲ ਦੇ ਵਿੱਚ ਹੁਣ ਜਿਸ ਤਰ੍ਹਾਂ ਕਿਸਾਨਾਂ ਨੇ ਪੈਰ ਰੱਖਿਆ ਤੇ ਅਗਲੀ ਦਿਨ ਇੱਕ ਵੱਡਾ ਥੰਮ ਭਾਜਪਾ ਦਾ ਉਸ ਨੂੰ ਛੱਡ ਕੇ ਤ੍ਰਿਣਮੂਲ ਕਾਂਗਰਸ ਦੇ ਵਿੱਚ ਚਲਿਆ ਜਾਂਦਾ, ਕਿੱਦਾਂ ਵੇਖ ਰਹੇ ਹੋ ਇਸ ਸਾਰੀ ਗਤੀਵਿਧੀ ਦਾ? ਆਪਸ ਦੇ ਵਿੱਚ ਕੋਈ ਜੋੜ ਵੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਕਿਸਾਨ ਅੰਦੋਲਨ ਜਦੋਂ ਦਾ ਚਲਿਆ ਗਿਆ ਪੱਛਮੀ ਬੰਗਾਲ 'ਚ, ਉਹਨੇ ਫਰਕ ਪਾਤਾ। ਕਿਸਾਨਾਂ ਦੀ ਤਾਕਤ ਨੂੰ ਪੋਲੀਟੀਕਲ ਪਾਰਟੀਆਂ ਇਹਨਾਂ ਚੋਣਾਂ ਤੋਂ ਬਾਅਦ ਸਮਝ ਜਾਣਗੀਆਂ। ਗਗਨ, ਮੈਨੂੰ ਇਹ ਲੱਗਦਾ ਕਿਸਾਨਾਂ ਦੀ ਬਹੁਤ ਵੱਡੀ ਤਾਕਤ ਹੈ। ਮੈਂ ਤਾਂ ਹੀ ਬਾਰ-ਬਾਰ ਕਹਿਣਾ ਕਿ ਪੰਜਾਬ 'ਚ ਵੀ ਸਾਡੇ ਕਿਸਾਨ ਨੇ ਜਿਹੜੇ ਉਹ ਪੋਲੀਟੀਕਲ ਪਾਰਟੀ ਦੇ ਰੂਪ ਦੇ ਵਿੱਚ ਅੱਗੇ ਆਉਣ। ਵੋਟਾਂ ਦੇਣ ਵਾਲੇ ਨਹੀਂ ਹਮੇਸ਼ਾ ਬਣਨਾ, ਵੋਟਾਂ ਲੈਣ ਵਾਲੇ ਵੀ ਬਣਨਾ ਚਾਹੀਦਾ ਸਭ ਨੂੰ। ਹੁਣ ਪੱਛਮੀ ਬੰਗਾਲ 'ਚ ਬਹੁਤ ਵੱਡਾ ਫਰਕ ਮੈਂ ਮਹਿਸੂਸ ਕਰਦਾ ਕਿਸਾਨ ਅੰਦੋਲਨ ਨੇ ਪਾਤਾ। ਕਈ ਮੈਂ ਸਰਵੇਖਣ ਦੇਖ ਰਿਹਾ ਜਿਹੜੇ ਕਾਨੂੰਨੀ ਤੌਰ ਤੇ ਕੀਤੇ ਜਾ ਸਕਦੇ ਨੇ ਚੋਣਾਂ ਤੋਂ ਪਹਿਲਾਂ। ਉਹਨਾਂ ਸਰਵੇਖਣਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਨੇ, ਕਈ ਟੈਲੀਵਿਜ਼ਨ ਚੈਨਲਾਂ ਨੇ ਔਰ ਕਈ ਹੋਰ ਸੰਸਥਾਵਾਂ ਨੇ ਸਰਵੇਖਣ ਕਰ ਰਹੀਆਂ ਨੇ। ਗਗਨ, ਉਹਦੇ 'ਚ ਮੁੱਦੇ ਕਿਹੜੇ ਆਏ ਨੇ? ਉਹਦੇ 'ਚ ਮੁੱਦੇ ਆ ਗਏ ਮਹਿੰਗਾਈ ਦਾ, ਬੇਰੁਜ਼ਗਾਰੀ ਦਾ। ਦੇਖੋ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਿੱਥੇ ਵੱਧ ਗਈਆਂ। ਮਹਿੰਗਾਈ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ ਬਹੁਤ ਉੱਭਰ ਕੇ ਸਾਹਮਣੇ ਆਇਆ। ਕਿਸਾਨ ਮਸਲੇ ਉੱਭਰ ਕੇ ਆਏ ਨੇ। ਹੁਣ ਤੁਸੀਂ ਸਮਝੋ ਕਿ ਜਦੋਂ ਕਿਸਾਨ ਉੱਥੇ ਆਗੂ ਚਲੇ ਗਏ, ਵੱਖ-ਵੱਖ ਰਾਕੇਸ਼ ਟਕੈਤ ਚਲੇ ਗਏ, ਉੱਥੇ ਦੇ ਸਥਾਨਕ ਜਿਹੜੇ ਸਮਾਜਿਕ ਐਕਟਿਵਿਸਟ ਨੇ, ਸੋਸ਼ਲ ਐਕਟਿਵਿਸਟ ਜਿਹਨੂੰ ਆਪਾਂ ਕਹਿੰਦੇ ਆ, ਉਹ ਉੱਥੇ ਪੁੱਜੇ ਹੋਏ ਸੀਗੇ। ਜਿਹੜਾ ਉਹਨਾਂ ਨੇ ਮਹਾਪੰਚਾਇਤ ਕੀਤੀ ਹੈ, ਪਹਿਲੇ ਦਿਨ ਕਾਰ ਰੈਲੀ ਕੀਤੀ ਕਿਸਾਨਾਂ ਨੇ, ਫਿਰ ਉੱਥੇ ਮਹਾਪੰਚਾਇਤ ਵੀ ਕਰਤੀ। ਸੋ ਕਲਕੱਤੇ ਦੀ ਜਿਹੜੀ ਰਾਜਧਾਨੀ ਹੈ ਪੱਛਮੀ ਬੰਗਾਲ ਦੀ, ਕਲਕੱਤਾ, ਉੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਪਣਾ ਦਮਖਮ ਦਿਖਾ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਹੁਣ ਜਦੋਂ ਪੱਛਮੀ ਬੰਗਾਲ 'ਚ ਕਿਸਾਨ ਚਲੇ ਗਏ, ਰਾਕੇਸ਼ ਟਕੈਤ ਚਲੇ ਗਏ, ਪੰਜਾਬ ਸੰਯੁਕਤ ਮੋਰਚੇ ਦੇ ਹੋਰ ਕਿਸਾਨ ਆਗੂ ਚਲੇ ਗਏ, ਚਡੋਨੀ ਸਾਹਿਬ ਚਲੇ ਗਏ, ਦਲਬੀਰ ਰਾਜੇਵਾਲ ਉੱਥੇ ਹੈ, ਹਰਮੀਤ ਕਾਦੀਆਂ, ਕਈ ਹੋਰ ਲੀਡਰ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਕਿ ਉਹ ਚਲੇ ਗਏ ਨੇ ਪੱਛਮੀ ਬੰਗਾਲ। ਫਰਕ ਪਿਆ ਕਿਉਂਕਿ ਉੱਥੋਂ ਦੇ ਕਿਸਾਨਾਂ ਨੂੰ ਜਦੋਂ ਸੰਬੋਧਨ ਹੁੰਦੇ ਨੇ ਕਿਸਾਨ ਮੋਰਚੇ ਵਾਲੇ ਜਾ ਕੇ, ਤਾਂ ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਇਹ ਪੋਲੀਟੀਕਲ ਪਾਰਟੀਆਂ ਦੀਆਂ ਵਾਕਿਫ ਕਰਾ ਰਹੇ ਨੇ ਕਿਸਾਨ। ਔਰ ਦੂਸਰਾ, ਦੇਸ਼ ਭਰ 'ਚ ਜਿਹੜਾ ਕਿਸਾਨ ਅੰਦੋਲਨ ਹੋਇਆ, ਪੱਛਮੀ ਬੰਗਾਲ ਦੇ ਕਿਸਾਨਾਂ ਨੇ ਹਿੰਦੀ ਤਾਂ ਬਹੁਤ ਚੰਗੀ ਤਰ੍ਹਾਂ ਸਮਝਦੇ ਆ, ਪੰਜਾਬੀ ਵੀ ਥੋੜ੍ਹੀ ਬਹੁਤੀ ਸਮਝਦਾ ਸਾਰਾ ਮੁਲਕ। ਬਹੁਤ ਮੀਡੀਆ ਸੀ, ਕੌਮੀ ਮੀਡੀਆ ਸੀ, ਜਿਨ੍ਹਾਂ ਨੇ ਹਿੰਦੀ ਦੇ ਵਿੱਚ ਵੀ ਇਹ ਸਾਰੀਆਂ ਗੱਲਾਂ ਦੀਆਂ ਵਿਸ਼ਲੇਸ਼ਣ ਕਰਕੇ ਸੁਣਾਈਆਂ ਲੋਕਾਂ ਨੂੰ। ਔਰ ਪੱਛਮੀ ਬੰਗਾਲ ਦੇ ਕਿਸਾਨ ਵੀ ਕਾਫੀ ਹੱਦ ਤੱਕ ਇਹਨਾਂ ਖੇਤੀ ਕਾਨੂੰਨਾਂ ਦੇ ਪ੍ਰਭਾਵਾਂ ਨੂੰ ਲੈ ਕੇ ਜਾਗਰੂਕ ਨੇ। ਉਹ ਵੱਖਰੀ ਗੱਲ ਹੈ ਕਿ ਉਹ ਇਹਨਾਂ ਦੇ ਪ੍ਰਭਾਵਾਂ ਨੂੰ ਆਪਣੇ ਸੂਬੇ ਦੇ ਹਾਲਾਤਾਂ ਦੇ ਮੁਤਾਬਕ ਮਹਿਸੂਸ ਕਰ ਰਹੇ ਹੋਣਗੇ, ਪਰ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਨਹੀਂ ਗਿਆ ਪੱਛਮੀ ਬੰਗਾਲ ਦੀਆਂ ਚੋਣਾਂ 'ਚ। ਔਰ ਮੈਂ ਇਹ ਮੰਨ ਸਕਦਾ ਗਗਨ, ਅਗਰ ਇਹ ਕਿਸਾਨ ਅੰਦੋਲਨ ਨਾ ਹੋਇਆ ਹੁੰਦਾ, ਜਾਂ ਸਰਕਾਰ ਤੁਰੰਤ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ 'ਚ ਕਾਮਯਾਬ ਹੋ ਗਈ ਹੁੰਦੀ, ਜਾਂ ਕਿਸਾਨਾਂ ਤੇ ਸਰਕਾਰ 'ਚ ਕੋਈ ਵੀ ਸਹਿਮਤੀ ਬਣ ਗਈ ਹੁੰਦੀ, ਅੱਜ ਪੱਛਮੀ ਬੰਗਾਲ ਦੇ ਵਿੱਚ ਪੋਲੀਟੀਕਲ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਜ਼ਿਆਦਾ ਮਜ਼ਬੂਤ ਹੋਣੀ ਸੀ ਹੁਣ ਨਾਲੋਂ। ਹੁਣ ਉੱਥੇ ਮੁਕਾਬਲਾ ਬਣਿਆ ਹੋਇਆ ਪੱਛਮੀ ਬੰਗਾਲ ਦੇ ਵਿੱਚ।
ਔਰ ਦੇਖੋ ਜਿਹੜੀਆਂ 2016 ਦੀਆਂ ਚੋਣਾਂ ਸੀ ਉਹਦੇ ਚ ਸਿਰਫ 3 ਸੀਟਾਂ ਸੀ ਭਾਰਤੀ ਜਨਤਾ ਪਾਰਟੀ ਨੂੰ, ਔਰ 2010 ਜਾਂ 2011 ਸੀਗੀਆਂ ਤ੍ਰਿਣਮੂਲ ਕਾਂਗਰਸ ਕੋਲੇ, ਜਿਹੜੀ ਬੀਬੀ ਉੱਥੇ ਮੁੱਖ ਮੰਤਰੀ ਹੈ। ਔਰ ਵੱਖ-ਵੱਖ ਸਰਵੇਖਣਾਂ ਦੇ ਵਿੱਚ ਅੱਜ ਵੀ ਬੀਬੀ ਮਮਤਾ ਬਨਰਜੀ ਉੱਥੇ ਮਜ਼ਬੂਤ ਉਮੀਦਵਾਰ ਦੇ ਤੌਰ ਦੇ ਉੱਤੇ ਲੋਕ ਉਹਨਾਂ ਨੂੰ ਦੇਖ ਰਹੇ ਨੇ। ਸੋ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਇਸ ਕਿਸਾਨ ਅੰਦੋਲਨ ਦਾ ਸਾਰੀਆਂ ਥਾਵਾਂ ਤੇ, ਦੇਖੋ ਪੱਛਮੀ ਬੰਗਾਲ 'ਚ ਵੀ ਚੋਣਾਂ ਹੋ ਰਹੀਆਂ ਨੇ, ਤਮਿਲਨਾਡੂ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਨੇ, 5 ਸੂਬਿਆਂ 'ਚ ਚੋਣਾਂ ਹੋ ਰਹੀਆਂ ਨੇ। ਮੇਰਾ ਇਹ ਮੰਨਣਾ ਹੈ ਕਿ ਕਾਫੀ ਵੱਡਾ ਪ੍ਰਭਾਵ ਹੈ ਜਿਹੜਾ ਇਸ ਕਿਸਾਨ ਅੰਦੋਲਨ ਦਾ ਨਜ਼ਰ ਆਊਗਾ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਵੀ ਔਰ 5 ਸੂਬਿਆਂ ਦੀਆਂ ਚੋਣਾਂ ਦੇ ਵਿੱਚ। ਔਰ ਕਿਸਾਨਾਂ ਨੇ ਜਿੰਨੀ ਤਾਕਤ ਲਾਤੀ ਹੈ, ਕਈ ਬੀਜੇਪੀ ਦੇ ਲੀਡਰ ਇਹ ਸਵਾਲ ਵੀ ਕਰ ਰਹੇ ਸੀ ਵੀ ਕਿਸਾਨ ਪੱਛਮੀ ਬੰਗਾਲ ਕਿਉਂ ਜਾ ਰਹੇ ਆ, ਵੀ ਕਿਸਾਨ ਉੱਥੇ ਕਿਉਂ ਜਾ ਰਹੇ ਨੇ। ਰਕੇਸ਼ ਟਕੈਤ ਉਹਨਾਂ ਨੇ ਜਵਾਬ ਵੀ ਦਿੱਤਾ। ਰਕੇਸ਼ ਟਕੈਤ ਕਹਿੰਦੇ ਜੇ ਸਰਕਾਰ ਦਿੱਲੀੋਂ ਪੱਛਮੀ ਬੰਗਾਲ ਆ ਸਕਦੀ ਹੈ, ਉਹਨਾਂ ਦਾ ਭਾਵ ਸੀ ਵੀ ਸਾਰੇ ਮੰਤਰੀ ਤਾਂ ਉੱਥੇ ਤੁਰੇ ਫਿਰਦੇ ਆ ਚੋਣ ਪ੍ਰਚਾਰ ਕਰਨ ਲਈ, ਪ੍ਰਧਾਨ ਮੰਤਰੀ ਸਾਹਿਬ ਵੀ ਉੱਥੇ ਗਏ ਹੋਏ ਨੇ, ਵੱਡੇ ਵੱਡੇ ਲੀਡਰ, ਗ੍ਰਹਿ ਮੰਤਰੀ ਸਾਰੇ ਜਾ ਰਹੇ ਨੇ ਉੱਥੇ। ਤੇ ਕਿਸਾਨ ਕਹਿੰਦੇ ਜੇ ਸਰਕਾਰ ਦਿੱਲੀੋਂ ਪੱਛਮੀ ਬੰਗਾਲ ਆ ਸਕਦੀ ਹੈ ਤੇ ਅਸੀਂ ਨਹੀਂ ਆ ਸਕਦੇ। ਨਾਲੇ ਸਾਡੇ ਮੁਲਕ ਦੇ ਨਾਗਰਿਕ ਨੇ ਸਾਰੇ, ਕਿਸੇ ਨੇ ਵੀਜ਼ਾ ਥੋੜੀ ਲੈਣਾ ਪੱਛਮੀ ਬੰਗਾਲ ਜਾਣ ਦਾ। ਬਿਲਕੁਲ ਹੈ ਜੀ, ਉੱਥੇ ਤਾਂ ਤੁਸੀਂ ਜਿਵੇਂ ਮਰਜ਼ੀ ਜਾ ਸਕਦੇ ਹੋ, ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਤੁਰ ਕੇ ਜਾਓ, ਆਟੋ 'ਚ ਜਾਓ, ਸਾਈਕਲ ਜਾਓ, ਸਕੂਟਰ ਤੇ ਜਾਓ, ਕਾਰ 'ਚ ਜਾਓ, ਜਹਾਜ਼ ਤੇ ਜਾਓ, ਜਿਹੜੇ ਸਾਧਨ ਆ ਉਹਦੇ ਤੇ ਜਾਓ। ਸੋ ਇਹ ਗਗਨ ਆਉਂਦੇ ਦਿਨਾਂ 'ਚ ਦੇਖੋ, ਪਹਿਲੇ 8 ਗੇੜਾਂ 'ਚ ਚੋਣਾਂ ਨੇ ਪੱਛਮੀ ਬੰਗਾਲ 'ਚ। ਪਹਿਲੇ ਗੇੜ ਦੀ ਚੋਣ ਹੈ 27 ਮਾਰਚ ਨੂੰ। ਅੱਜ ਅਸੀਂ 14 ਮਾਰਚ 'ਚ ਹਾਂ, ਹਜੇ ਐਤਵਾਰ ਦਾ ਦਿਨ ਹੈ। ਅੱਜ ਸਵੇਰੇ ਸਵੇਰੇ ਆਪਾਂ ਤੜਕੇ 2:30-3 ਵਜੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜੀ। 14 ਮਾਰਚ ਦਾ ਦਿਨ ਹੈ ਔਰ 27 ਮਾਰਚ ਨੂੰ ਚੋਣਾਂ ਨੇ। ਜੇ 48 ਘੰਟੇ ਕੱਢ ਦਈਏ ਜਦੋਂ ਚੋਣ ਪ੍ਰਚਾਰ ਬੰਦ ਹੋਣਾ ਹੈ, ਤੇ ਤੁਸੀਂ ਦੇਖ ਲਓ ਕਿੰਨੇ ਦਿਨ ਪਏ ਨੇ। ਸੋ ਹਫਤੇ ਦੇ ਕਰੀਬ ਇੱਕ ਸਮਾਂ, ਔਰ ਇੱਕ ਹਫਤੇ ਦੇ ਵਿੱਚ ਕਿਸਾਨ ਜਿੱਡੀ ਤੇਜ਼ੀ ਨਾਲ ਉੱਥੇ ਜਾ ਰਹੇ ਨੇ, ਮੈਂ ਤਾਂ ਉੱਥੇ ਰਸ਼ ਦੇਖ ਕੇ ਹੈਰਾਨ ਹੋ ਗਿਆ। ਹਰੀਆਂ ਪੱਗਾਂ, ਹਰੀਆਂ ਪੱਗਾਂ, ਹਰੀਆਂ ਪੱਗਾਂ, ਹਰੇ ਗਲਾਂ ਦੇ ਵਿੱਚ ਮਫਰਲ। ਹਰਾ ਰੰਗ ਸੂਚਕ ਹੈ ਸਾਡੀ ਕਿਸਾਨੀ ਦਾ, ਸਾਡੇ ਕੌਮੀ ਝੰਡੇ 'ਚ ਵੀ ਹੈ, ਖੁਸ਼ਹਾਲੀ ਦਾ, ਹਰਿਆਵਲ ਦਾ ਪ੍ਰਤੀਕ ਹੈ। ਸੋ ਮੈਂ ਹੈਰਾਨ ਹੋ ਗਿਆ ਔਰ ਮੈਨੂੰ ਲੱਗਦਾ ਕਿ ਆਉਂਦੇ ਦਿਨਾਂ 'ਚ ਗਗਨ ਇਹ ਕਾਫਲਾ ਵੱਧਦਾ ਜਾਣਾ ਹੈ। ਕਿਉਂਕਿ ਦੇਖੋ, ਇੱਕ ਤਾਂ ਉੱਥੇ ਚੋਣਾਂ ਨੇ ਜਿਹੜੀਆਂ ਉਹ ਪੜਾਅਵਾਰ ਨੇ, ਹੁਣ ਪਹਿਲੇ ਪੜਾਅ ਦੀਆਂ ਨੇ। ਸਾਰੇ ਕਿਸਾਨ ਮੋਰਚੇ, ਇਹਨਾਂ ਦੇ ਆਗੂਆਂ, ਕਿਸਾਨਾਂ ਦਾ ਸਾਰਾ ਜ਼ੋਰ ਪਹਿਲੇ ਪੜਾਅ ਵਾਲੀਆਂ ਥਾਵਾਂ ਤੇ ਲੱਗ ਜਾਣਾ। ਔਰ ਮੈਂ ਹੈਰਾਨ ਆ ਕਿ ਦੇਖੋ ਸਥਿਤੀਆਂ ਕੀ ਬਣ ਗਈਆਂ। ਕਿਸਾਨ ਮੋਰਚੇ ਨੇ ਖੁੱਲ੍ਹ ਕੇ ਉੱਥੇ ਕਹਿਤਾ ਮੀਟਿੰਗਾਂ 'ਚ, ਵੱਖ-ਵੱਖ ਥਾਂ ਤੇ, ਕਹਿੰਦੇ ਜਿਹਨੂੰ ਮਰਜ਼ੀ ਵੋਟ ਪਾਓ, ਅਸੀਂ ਨਹੀਂ ਕਹਿੰਦੇ ਇੱਕ ਪਾਰਟੀ ਦੀ ਸਪੋਰਟ ਕਰੋ, ਪਰ ਇੱਕ ਪਾਰਟੀ ਦਾ ਵਿਰੋਧ ਕਰਤਾ ਜਿਨ੍ਹਾਂ ਨਾਲ ਸੱਤਾਧਾਰੀ ਪਾਰਟੀ ਜਿਹਦੇ ਨਾਲ ਨਾਰਾਜ਼ਗੀ ਹੈ, ਕਹਿੰਦੇ ਬਸ ਇਹਨੂੰ ਵੋਟ ਨਾ ਪਾਓ। ਇਹ ਸਥਿਤੀਆਂ ਉੱਥੇ ਬਣੀਆਂ ਹੋਈਆਂ ਨੇ। ਡੈਮੋਕ੍ਰੇਸੀ ਆ, ਦੇਖੋ ਸਾਡਾ ਸੰਵਿਧਾਨ ਇਜਾਜ਼ਤ ਦਿੰਦਾ, ਕਾਨੂੰਨ, ਤਾਂ ਹੀ ਉਹ ਖੁੱਲ੍ਹ ਕੇ ਕਹਿ ਰਹੇ ਨੇ ਨਾ। ਹੁਣ ਇਲੈਕਸ਼ਨ ਕਮਿਸ਼ਨ ਨੇ ਤਾਂ ਮਸ਼ੀਨ ਤੇ ਬਟਨ ਲਾਤਾ ਨੋਟਾ ਦਾ, ਵੀ ਜਿਹੜਾ ਉਮੀਦਵਾਰ ਕਿਸੇ ਪਾਰਟੀ ਦਾ ਤੁਹਾਨੂੰ ਨਹੀਂ ਪਸੰਦ ਤੇ ਤੁਸੀਂ ਨੋਟਾ ਦੱਬ ਦਿਓ। ਸੋ ਇਹ ਨੋਟਾ ਤੋਂ ਪਹਿਲਾਂ ਹੀ ਨੋਟਾ ਜਿਹੜਾ ਹੈ, ਨੋਟੇ ਲਈ ਦੱਸ ਰਹੇ ਨੇ ਕਿਸਾਨ ਮੋਰਚੇ ਵਾਲੇ। ਸੋ ਇਹ ਬੜੇ ਦਿਲਚਸਪ ਚੋਣਾਂ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਕਿਸਾਨ ਅੰਦੋਲਨ ਦਾ ਬਹੁਤ ਵੱਡਾ ਪ੍ਰਭਾਵ ਰਹੂਗਾ ਜੀ। ਤੇ ਕਟੇਲਾ ਸਾਹਿਬ, ਖਾਸ ਤੌਰ ਤੇ ਉੱਤੇ ਜਿਹੜੀ ਗੱਲਬਾਤ ਬਹੁਤ ਚਰਚਾ ਦੇ ਵਿੱਚ ਹੈ ਕਿ ਜਿਸ ਤਰ੍ਹਾਂ ਦੀ ਹੁਣ ਕਿਸੇ ਨਾ ਕਿਸੇ ਤਰੀਕੇ ਦਲ ਬਦਲੂ ਤਰੀਕੇ ਦੇ ਨਾਲ ਕੋਈ ਕਿਸੇ ਪਾਰਟੀ ਚੋਂ ਕਿਸੇ ਪਾਰਟੀ ਜਾ ਰਿਹਾ, ਕਿਸੇ ਪਾਰਟੀ ਚੋਂ ਕਿਸੇ ਪਾਰਟੀ, ਕਿਉਂਕਿ ਜਦੋਂ ਮਮਤਾ ਬੈਨਰਜੀ ਦੀ ਪਹਿਲਾਂ ਸਰਕਾਰ ਬਣਦੀ ਹੈ ਤਾਂ 213 ਦੇ ਕਰੀਬ ਜਿਹੜੇ ਵਿਧਾਇਕ ਉਹਨਾਂ ਦੇ ਸੀ, 212-13 ਦੇ ਕਰੀਬ, ਜਿਨ੍ਹਾਂ ਦੇ ਵਿੱਚੋਂ 10 ਦੇ ਕਰੀਬ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਤੇ ਇੱਕ ਭਾਜਪਾ ਦਾ ਵੱਡਾ ਆਗੂ ਤ੍ਰਿਣਮੂਲ ਕਾਂਗਰਸ ਦੇ ਵਿੱਚ ਆ ਚੁੱਕਿਆ। ਇਸ ਸਾਰੀ ਦਲ ਬਦਲੂ ਨੀਤੀ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਚੋਣਾਂ ਦੇ ਨੇੜੇ ਜਿਹੜਾ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਨਾ, ਉਹ ਇਜਾਜ਼ਤ ਦਿੰਦੀ ਹੈ ਜੀ। ਮੈਂ ਤਾਂ ਕਹਿੰਦਾ ਇਜਾਜ਼ਤ ਨਹੀਂ ਦੇਣੀ ਚਾਹੀਦੀ ਡੈਮੋਕ੍ਰੇਸੀ ਨੂੰ। ਸਾਡੇ ਸੰਵਿਧਾਨ ਦੇ ਵਿੱਚ ਇਹ ਬਦਲਾਅ ਕਰਨੇ ਚਾਹੀਦੇ ਆ ਵੀ ਜਿਹੜੀ ਪੋਲੀਟੀਕਲ ਪਾਰਟੀ 'ਚ ਤੁਸੀਂ ਚੋਣ ਲੜ ਰਹੇ ਹੋ, ਅਗਰ ਤੁਸੀਂ ਦੁਬਾਰਾ ਪਾਰਟੀ ਬਦਲਦੇ ਹੋ ਤੇ ਘੱਟੋ ਘੱਟ ਤੁਸੀਂ 5 ਸਾਲ ਚੋਣ ਨਹੀਂ ਲੜ ਸਕਦੇ, ਜਾਂ ਤੁਸੀਂ ਆਜ਼ਾਦ ਚੋਣ ਲੜੋ। ਔਰ ਆਜ਼ਾਦ ਚੋਣ ਜਿੱਤਣ ਤੋਂ ਬਾਅਦ ਵੀ ਤੁਸੀਂ ਕਿਸੇ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦੇ 5 ਸਾਲ ਘੱਟੋ ਘੱਟ। ਇਸ ਤਰੀਕੇ ਦੀ ਸਾਨੂੰ ਸਖਤੀ ਪੈਣੀ। ਦੇਖੋ ਇਹ ਪੋਲੀਟੀਕਲ ਕਰਪਸ਼ਨ ਕਹੂੰਗਾ ਮੈਂ ਜੀ, ਪੋਲੀਟੀਕਲ ਕਰਪਸ਼ਨ। ਹੁਣ ਤ੍ਰਿਣਮੂਲ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ, ਉਹਨਾਂ ਨੇ ਦੇਖਿਆ ਵੀ ਬੀਜੇਪੀ ਵਾਲਿਆਂ ਦਾ ਬੜਾ ਰੌਲਾ ਗੋਲਾ ਚੱਲ ਰਿਹਾ, ਪ੍ਰਚਾਰ ਚੱਲ ਰਿਹਾ ਹੈ, ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ, ਸਰਕਾਰ ਦਾ ਗੁਣਗਾਨ ਹਮੇਸ਼ਾ ਜ਼ਿਆਦਾ ਹੁੰਦਾ। ਆਪਾਂ ਤਾਂ ਚਲੋ ਨਿਰਪੱਖ ਰਹਿੰਦੇ ਹਾਂ। ਆਮ ਤੌਰ ਤੇ ਬਹੁਤ ਸਾਰੇ ਲੋਕ ਨੇ ਉਹ ਸਰਕਾਰੀ ਧਿਰ ਦਾ ਗੁਣਗਾਨ ਜ਼ਿਆਦਾ ਕਰਨ ਲੱਗ ਜਾਂਦੇ। ਹੁਣ ਉਹਦੇ 'ਚ ਕੀ ਆ, ਉਹਦੇ 'ਚ ਬਹੁਤ ਸਾਰੇ ਐਮਐਲਏ ਨੂੰ ਲੱਗਿਆ ਵੀ ਭਾਈ ਅਸੀਂ ਮਮਤਾ ਬਨਰਜੀ ਤੋਂ ਪਤਾ ਨਹੀਂ ਦੁਬਾਰਾ ਜਿੱਤਾਂਗੇ ਜਾਂ ਨਹੀਂ ਜਿੱਤਾਂਗੇ। ਜਿਹੜੇ ਉਹ ਐਮਐਲਏ ਇਹਨਾਂ ਨੂੰ, ਉਹਨਾਂ ਦੇ ਆਪਣੇ ਮਨ 'ਚ ਡਰ ਹੁੰਦਾ। ਦੋ ਤਰ੍ਹਾਂ ਦੇ ਹੁੰਦੇ, ਜਾਂ ਤਾਂ ਹੁੰਦਾ ਡਰ, ਜਾਂ ਹੋਈ ਹੁੰਦੀ ਨਾ ਇਨਸਾਫੀ। ਜਿਵੇਂ ਨਵਜੋਤ ਸਿੰਘ ਸਿੱਧੂ ਹੈ ਪੰਜਾਬ 'ਚ, ਉਹਦਾ ਤਾਂ ਅਸੀਂ ਮੰਨ ਲਿਆ ਵੀ ਨਵਜੋਤ ਸਿੰਘ ਸਿੱਧੂ ਨਾਲ ਸਿਆਸੀ ਨਾ ਇਨਸਾਫੀ ਹੋ ਗਈ। ਪਹਿਲਾਂ ਅਕਾਲੀ ਵਰਤਦੇ ਰਹੇ,
ਅਕਾਲੀਆਂ ਨੇ ਖੂਬ ਚੋਣ ਪ੍ਰਚਾਰ ਕਰਾਇਆ, ਬੀਜੇਪੀ ਨੇ ਕਰਾਇਆ, ਫਿਰ ਕਾਂਗਰਸ ਵਾਲਿਆਂ ਨੇ ਖੂਬ ਕਰਾਇਆ। ਤੇ ਜਦੋਂ ਮੌਕਾ ਆਇਆ ਕਿ ਨਵਜੋਤ ਸਿੰਘ ਸਿੱਧੂ ਆਪਣੇ ਵਾਅਦਿਆਂ ਦੇ ਮੁਤਾਬਕ ਡਿਲੀਵਰ ਕਰੇ, ਤੇ ਉਦੋਂ ਉਹ ਮੌਕਾ ਵੀ ਨਹੀਂ ਦਿੱਤਾ। ਉਹ ਤਾਂ ਹੋ ਗਈ ਇੱਕ ਸਿਆਸੀ ਬੇਇਨਸਾਫੀ ਨਵਜੋਤ ਸਿੰਘ ਸਿੱਧੂ ਨਾਲ ਹੋ ਗਈ, ਜਾਂ ਜਿਵੇਂ ਯਸ਼ਵੰਤ ਸਿਨਹਾ ਵਰਗੇ ਲੀਡਰ ਹੋ ਗਏ, ਬੀਜੇਪੀ ਦੇ ਸਾਬਕਾ ਕੇਂਦਰੀ ਮੰਤਰੀ ਸੀ, ਕਿੱਡਾ ਤਜਰਬਾ ਸੀ ਫਾਈਨਾਂਸ ਮਹਿਕਮੇ ਦਾ, ਬਹੁਤ ਕੁਝ ਕਰਨਾ ਚਾਹੁੰਦੇ ਸੀ, ਦੁਬਾਰਾ ਨਹੀਂ ਮੌਕਾ ਮਿਲਿਆ। ਮੇਰੇ ਖਿਆਲ ਉਹਨਾਂ ਨੂੰ ਤਾਂ ਟਿਕਟ ਹੀ ਨਹੀਂ ਸੀ ਦਿੱਤੀ, ਉਹਨਾਂ ਦੀ ਤਾਂ ਟਿਕਟ ਹੀ ਕੱਟਤੀ ਸੀਗੀ। ਕੁਝ ਤਾਂ ਇਸ ਤਰੀਕੇ ਦੇ ਕਿਰਦਾਰ ਹੁੰਦੇ ਨੇ, ਕੁਝ ਹੁੰਦੇ ਨੇ ਜਿਨ੍ਹਾਂ ਨੂੰ ਉਮੀਦ ਹੀ ਨਹੀਂ ਹੁੰਦੀ ਵੀ ਜਿੱਤ ਜਾਣਗੇ, ਪਾਰਟੀ ਉਹਨਾਂ ਦੀ ਟਿਕਟ ਇਸ ਕਰਕੇ ਕੱਟਦੀ ਹੈ ਵੀ ਉਹਨਾਂ ਨੇ ਕੰਮ ਨਹੀਂ ਕੀਤਾ ਹੁੰਦਾ। ਇਹੋ ਜਿਹੇ ਮੌਕੇ ਫਿਰ ਉਹ ਮੌਕਾ ਦੇਖਦੇ ਨੇ, ਉਹ ਦੂਜੀ ਪਾਰਟੀ ਚਲੇ ਜਾਂਦੇ ਨੇ, ਭਾਵੇਂ ਉਹਨਾਂ ਦੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਾ ਹੋਵੇ, ਪਰ ਉਹਨਾਂ ਦੇ ਕਾਰੋਬਾਰ ਕਈ ਹੁੰਦੇ। ਕਿਸੇ ਦੇ ਹੋਟਲ ਹੈ, ਕਿਸੇ ਦਾ ਪੈਸੇ ਕਿਸੇ ਦੇ ਵਿਆਜ ਤੇ ਹੈ, ਕੋਈ ਬਿਲਡਰ ਹੈ ਜੀ, ਕੋਈ ਕੋਠੀਆਂ ਬਣਾਈ ਜਾਂਦਾ ਹੈ, ਕੋਈ ਰੇਤੇ ਦਾ ਕੰਮ ਕਰੀ ਜਾਂਦਾ, ਕੋਈ ਬਜਰੀ ਦਾ ਕਰੀ ਜਾਂਦਾ, ਕੋਈ ਸ਼ਰਾਬ ਦੀ ਫੈਕਟਰੀ ਲਾਈ ਹੋਈ ਹੈ, ਕਿਸੇ ਨੇ ਠੇਕੇ ਹੀ ਲਏ ਹੋਏ ਨੇ ਇੱਧਰ ਉੱਧਰ ਦੋਸਤਾਂ ਮਿੱਤਰਾਂ ਦੇ ਨਾਂ ਤੇ। ਇਸ ਤਰੀਕੇ ਦੇ ਵੀ ਬਹੁਤ ਸਾਰੇ ਲੀਡਰ ਹੁੰਦੇ, ਉਹ ਦੇਖਦੇ ਵੀ ਜੇ ਦੂਜੀ ਸਰਕਾਰ ਆ ਗਈ ਤੇ ਸਾਡਾ ਠੇਕਾ ਹੀ ਨਾ ਕਿਤੇ ਬੰਦ ਹੋ ਜੇ। ਅਗਲੇ ਨੇ ਜਿਹੜੀ ਐਮਐਲਏਸ਼ਿਪ ਹੈ ਨਾ, ਉਹ ਸਿਰਫ ਠੇਕੇ ਬਚਾਉਣ ਲਈ ਰੱਖੀ ਹੁੰਦੀ ਵੀ ਆਪਾਂ ਦੂਜੀ ਪਾਰਟੀ 'ਚ ਚੱਲੀਏ, ਘੱਟੋ ਘੱਟ ਠੇਕੇ ਤਾਂ ਬਚੇ ਰਹਿ ਜਾਣਗੇ। ਬਿਲਕੁਲ। ਸੋ ਇਹ ਸ਼ਰਾਬ ਦੇ ਠੇਕੇ ਬਚਾਉਣ ਨੂੰ ਵੀ ਕਈ ਵਾਰੀ ਲੀਡਰ ਪਾਰਟੀਆਂ ਬਦਲ ਦਿੰਦੇ ਨੇ। ਔਰ ਮੈਂ ਦੇਖੋ ਇੱਕ ਗੱਲ ਬੜੀ ਹੈਰਾਨੀ, ਕਈ ਲੀਡਰ ਜਿਹੜੇ ਸ਼ਰਾਬ ਦੇ ਜਿਨ੍ਹਾਂ ਦੇ ਠੇਕੇ ਆ ਨਾ, ਮੈਂ ਕਈ ਵਾਰੀ ਲੀਡਰਾਂ ਨੂੰ ਮਿਲਦਾ, ਉਹਨਾਂ ਦਾ ਕੰਮ ਸ਼ਰਾਬ ਦਾ ਹੁੰਦਾ, ਠੇਕੇ ਹੁੰਦੇ ਆ, ਤੇ ਜੇ ਪਤਾ ਕਰੋ ਉਹਨਾਂ ਦੇ ਕਰਿੰਦਿਆਂ ਤੋਂ ਜਾਂ ਉਹਨਾਂ ਨੂੰ ਕਦੀ ਕਹਿੰਦੇ ਜੀ ਨਾ ਮੈਂ ਤਾਂ ਜਮਾ ਨਹੀਂ ਪੀਂਦਾ ਜੀ। ਹੋ ਸਕਦਾ ਨਾ ਵੀ ਪੀਂਦੇ ਹੋਣ, ਹੋ ਸਕਦਾ ਲੁੱਕ ਕੇ ਪੀਂਦੇ ਹੋਣ। ਸੋ ਜਿਹਦਾ ਕੰਮ ਠੇਕਿਆਂ ਦਾ, ਉਹ ਸ਼ਰਾਬ ਨਾ ਪੀਂਦਾ ਹੋਵੇ ਜੀ, ਇਹਦਾ ਮਤਲਬ ਹੈ ਉਹ ਮੰਨਦਾ ਵੀ ਸ਼ਰਾਬ ਸਿਹਤ ਲਈ ਚੰਗੀ ਨਹੀਂ ਜੀ, ਪਰ ਹੈ ਲੀਡਰ ਹੈ, ਕਹਿੰਦਾ ਮੈਂ ਕਰਨੀ ਸੇਵਾ ਹੈ, ਮੈਂ ਸ਼ਰਾਬ ਨਹੀਂ ਪੀਂਦਾ ਕਿਉਂਕਿ ਸ਼ਰਾਬ ਸਿਹਤ ਲਈ ਚੰਗੀ ਨਹੀਂ, ਪਰ ਮੈਂ ਕੰਮ ਸ਼ਰਾਬ ਦਾ ਕਰੂੰਗਾ ਕਿਉਂਕਿ ਮੈਂ ਲੀਡਰ ਹਾਂ, ਮੈਂ ਸੇਵਾ ਕਰਨੀ ਜੀ। ਸੋ ਇਹ ਵੀ ਸੇਵਾ ਦੀ ਉਦਾਹਰਨ ਹੈ ਇੱਕ। ਵੀ ਬਹੁਤ ਸਾਰੇ ਲੀਡਰ ਨੇ ਉਹ ਆਪ ਸ਼ਰਾਬ ਨਹੀਂ ਪੀਂਦੇ, ਕਹਿੰਦੇ ਅਸੀਂ ਸ਼ਰਾਬ ਨਹੀਂ ਪੀਂਦੇ ਪਰ ਕੰਮ ਸ਼ਰਾਬ ਦਾ ਹੀ ਕਰਾਂਗੇ। ਫਿਰ ਫਰਕ ਕੀ ਰਹਿ ਗਿਆ ਜੀ? ਫਿਰ ਸੇਵਾ ਕਾਹਦੀ ਆ ਗਈ ਇਹ 'ਚ? ਗਗਨ, ਸੋਚਣ ਵਾਲੀ ਗੱਲ ਹੈ ਨਾ। ਬਿਲਕੁਲ। ਇਹਦੇ ਤੇ ਐਸੇ ਜ਼ਰੂਰ ਸਟੂਡੈਂਟ ਨੇ ਜਿਹੜੇ ਅੱਜ ਕੱਲ੍ਹ ਦੇ ਲਿਖਣ, ਕੋਈ ਲੇਖਕ ਅਖਬਾਰ 'ਚ ਵੀ ਲਿਖ ਸਕਦਾ ਵੀ ਇਹ ਵੀ ਦੇਖੋ ਸੇਵਾ, ਗੱਲਾਂ ਬਾਤਾਂ 'ਚ ਕਈ ਵਾਰੀ ਗੱਲ ਨਿਕਲੇ ਹੁੰਦੀ ਹੈ ਜੀ, ਕੰਮ ਸ਼ਰਾਬ ਦੇ ਕਰਨੇ ਤੇ ਕਹਿਣੇ ਅਸੀਂ ਸੇਵਾ ਕਰਦੇ ਹਾਂ, ਹੈ ਜੀ। ਕਾਰੋਬਾਰ ਸ਼ਰਾਬ ਦਾ ਆਪ ਪੀਣੀ ਨਹੀਂ, ਕਹਿੰਦੇ ਅਸੀਂ ਸੇਵਾ ਕਰਦੇ ਹਾਂ। ਸ਼ਰਾਬ ਵੇਚਣਾ ਵੀ ਸੇਵਾ। ਬਿਲਕੁਲ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਬੇਸ਼ੱਕ ਸਾਡੇ ਦੇਸ਼ ਦੇ ਵਿੱਚ ਦਲ ਬਦਲੂ ਕਾਨੂੰਨ ਹੈ, ਪਰ ਉਹ ਕਿਤੇ ਵਰਤਿਆ ਨਹੀਂ ਜਾਂਦਾ, ਕਿਉਂਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਕਈ ਅਜਿਹੇ ਵਿਧਾਇਕ ਨੇ ਜਿਹੜੇ ਇੱਕ ਪਾਰਟੀ ਨੂੰ ਦੇਖੋ ਕਾਨੂੰਨ ਹੈ, ਵਰਤੇ ਵੀ ਜਾਂਦੇ ਨੇ, ਲੇਕਿਨ ਜਿਹੜੇ ਕਈ ਵਾਰੀ ਜਿਹੜੇ ਸਾਡੇ ਪੋਲੀਟੀਕਲ ਲੀਡਰ ਨੇ ਨਾ ਜੀ, ਇਹ ਕਾਨੂੰਨ ਦੀ ਜਕੜ ਚੋਂ ਆਉਣ ਲਈ ਬਚ ਜਾਂਦੇ ਨੇ, ਅੰਕੜਿਆਂ ਦੀ ਖੇਡ ਹੋ ਜਾਂਦੀ ਕੋਈ ਨਾ ਜੀ। ਸੋ ਬੜੇ ਤਕਨੀਕੀ ਤੌਰ ਤੇ ਬਚਦੇ, ਕਈ ਲੋਕ ਅੜਿੱਕੇ ਵੀ ਆ ਜਾਂਦੇ ਕਾਨੂੰਨ ਦੇ ਜੀ, ਉਦੋਂ ਤਾਂ ਫਿਰ ਉਹ ਕਸੇ ਜਾਂਦੇ ਨੇ ਜਿਵੇਂ ਚੂਹਾ ਪਿੰਜਰੇ 'ਚ ਕਸਿਆ ਜਾਂਦਾ ਜੀ, ਰੋਟੀ ਖਾਣ ਗਿਆ। ਤੇ ਡੱਲਾ ਸਾਹਿਬ, ਇੱਕ ਹੋਰ ਮਸਲਾ ਜੋ ਕੇਰਲਾ ਦੇ ਵਿੱਚੋਂ ਸਾਹਮਣੇ ਆਇਆ, ਕੇਰਲਾ ਦੀ ਸਰਕਾਰ ਬੇਸ਼ੱਕ ਹੁਣ ਤੱਕ ਬਹੁਤ ਵੱਡੇ ਫੈਸਲੇ ਕਰਦੀ ਆਈ, ਇੱਕ ਹੋਰ ਵੱਡਾ ਫੈਸਲਾ ਇਹ ਕਿ ਕੇਰਲਾ ਦੇ ਵਿੱਚ 10 ਸਾਲ ਜਿਹੜੇ ਵਿਧਾਇਕ ਨੇ 2 ਵਾਰ ਚੋਣਾਂ ਲੜ ਲਈਆਂ, ਉਸ ਤੋਂ ਬਾਅਦ ਉਹ ਚੋਣਾਂ ਨਹੀਂ ਲੜ ਸਕੇਗਾ। ਉਹਨਾਂ ਨੇ ਹਾਲਾਂਕਿ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਵੀ ਕਈ ਅਜਿਹੇ ਵਿਧਾਇਕ ਜਿਹੜੇ ਨਾਰਾਜ਼ਗੀ ਜਤਾ ਗਏ ਨੇ। ਪੀ ਵਿਜ਼ਨ ਹੁਣਾਂ ਦੀ ਸਰਕਾਰ ਆ ਕੇਰਲਾ ਦੇ ਵਿੱਚ। ਜੇਕਰ ਅਜਿਹੇ ਫੈਸਲੇ ਪੂਰੇ ਦੇਸ਼ ਦੇ ਵਿੱਚ ਹੁੰਦੇ ਨੇ ਤਾਂ ਇਹਨਾਂ ਫੈਸਲਿਆਂ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਦੇਖੋ ਮੈਨੂੰ ਇਹ ਲੱਗਦਾ ਕਿ ਅਗਰ 2 ਵਾਰ ਕੋਈ ਵਿਧਾਇਕ ਬਣ ਗਿਆ ਤੇ ਦੁਬਾਰਾ ਚੋਣ ਨਹੀਂ ਲੜ ਸਕਦਾ ਜੀ। ਦੇਖੋ ਇਹ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ ਨਾਲ। ਮੈਨੂੰ ਇਹ ਲੱਗਦਾ ਕੋਈ ਹੋਰ ਮੈਰਿਟ ਹੋਣੀ ਚਾਹੀਦੀ ਹੈ ਜੀ। ਦੇਖੋ 2 ਵਾਰ ਚੋਣਾਂ ਲੜਨ ਤੋਂ ਬਾਅਦ ਵੀ ਦੇਖੋ ਜਿਹੜੇ ਸਹੀ ਮਨ ਨਾਲ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਸੱਚੇ ਸੁੱਚੇ ਲੋਕ ਨੇ, ਜਿਹੜੇ ਸੱਚਮੁੱਚ ਸਮਾਜ ਲਈ ਕੁਝ ਕਰਨਾ ਚਾਹੁੰਦੇ ਨੇ, ਸੁਸਾਇਟੀ ਲਈ ਕੁਝ ਕਰਨਾ ਚਾਹੁੰਦੇ ਨੇ, ਇਸ ਤਰੀਕੇ ਦੀ ਬੰਦਿਸ਼ ਤਾਂ ਨਹੀਂ ਹੋਣੀ ਚਾਹੀਦੀ। ਮੇਰਾ ਇਹ ਆਪਣਾ ਮੰਨਣਾ ਹੈ। ਜੇ ਕੱਲ ਨੂੰ ਕੋਈ ਇਹੋ ਜਿਹਾ ਕਾਨੂੰਨ ਬਣ ਜੇ ਵੀ ਡੱਲਾ ਸਾਹਿਬ 5 ਸਾਲ ਤੋਂ ਬਾਅਦ ਪੱਤਰਕਾਰਤਾ ਨਹੀਂ ਕਰ ਸਕਦੇ ਤੇ ਸਾਡੇ ਤੇ ਕੀ ਬੀਤੂ? ਬਿਲਕੁਲ। ਅਸੀਂ ਤਾਂ ਬੜੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਕੰਮ ਕਰਨ ਵਾਲੇ ਲੋਕ ਹਾਂ, ਹੈ ਗਗਨ ਜੀ। ਬਿਲਕੁਲ। ਅਸੀਂ ਹਰ ਉਸ ਵਿਅਕਤੀ ਦੇ ਨਾਲ ਖੜੇ ਹਾਂ ਜਿਹੜਾ ਸਾਡੇ ਸੂਬੇ ਲਈ ਖੜਾ, ਜਿਹੜਾ ਪੰਜਾਬ ਲਈ ਖੜਾ ਜੀ। ਸੋ ਮੈਂ ਬਿਨਾਂ ਭੇਦਭਾਵ ਦੇ ਪੋਲੀਟੀਕਲ ਲੀਡਰਾਂ ਦਾ ਸਮਰਥਨ ਕਰਦਾ, ਪਰ ਉਹ ਬਸ਼ਰਤੇ ਪੰਜਾਬ ਦੇ ਹੱਕ 'ਚ ਖੜੇ ਦਿਖਦੇ ਹੋਣ, ਗੱਲੀ ਬਾਤੀ ਨਹੀਂ ਜੀ, ਗੱਲੀ ਬਾਤੀ ਨਹੀਂ, ਸਹੀ ਸ਼ਬਦਾਂ 'ਚ ਦਿਖਦੇ ਹੋਣ, ਉਹਨਾਂ ਦੇ ਕਰਮ ਦਿਖਦੇ ਹੋਣ ਵੀ ਹਾਂ ਇਹਨਾਂ ਨੇ ਪੰਜਾਬ ਦੇ ਲਈ ਕਰਨ ਦਾ ਕੁਝ ਮਾਦਾ, ਕੁਝ ਜਜ਼ਬਾ। ਬਿਲਕੁਲ। ਬਹੁਤ ਲੋਕ ਨੇ ਜਿਹੜੇ ਕਰਦੇ ਨੇ, ਕਈ ਲੋਕਾਂ ਬਾਰੇ ਸਾਨੂੰ ਨਹੀਂ ਪਤਾ ਹੋਣਾ ਗਗਨ, ਇਹ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਉਹਨਾਂ ਬਾਰੇ ਨਹੀਂ ਪਤਾ। ਬਹੁਤ ਸਾਰੇ ਲੋਕ ਬੜਾ ਕੁਝ ਕਰਦੇ ਨੇ, ਜਦੋਂ ਮੈਨੂੰ ਪਤਾ ਲੱਗਦਾ ਤੇ ਫਿਰ ਮੈਂ ਜ਼ਿਕਰ ਜ਼ਰੂਰ ਕਰਦਾ ਉਹਨਾਂ ਦਾ ਜੀ। ਸੋ ਇਹ ਵੱਖੋ ਵੱਖਰੇ ਸਿਆਸੀ ਹਾਲਾਤ ਨੇ ਜੋ ਲਗਾਤਾਰ ਸਾਹਮਣੇ ਆ ਰਹੇ ਨੇ। ਤੇ ਡੱਲਾ ਸਾਹਿਬ, ਹੁਣ ਪੰਜਾਬ ਦੇ ਵੱਲ ਵਧਾਂਗੇ। ਪੰਜਾਬ ਦੇ ਕੁਝ ਵਿਧਾਇਕਾਂ ਨੇ
ਪਿਛਲੇ ਦਿਨੀ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਹਰਿਆਣਾ ਦਾ, ਜਦੋਂ ਬਜਟ ਪੇਸ਼ ਕਰ ਰਹੇ ਸੀ ਉਸੇ ਦਰਮਿਆਨ ਜਿਸ ਦਿਨ ਅਵਿਸ਼ਵਾਸ ਮਤਾ ਪੇਸ਼ ਹੋਇਆ ਉਸ ਦਿਨ ਵਿਰੋਧ ਅਕਾਲੀ ਦਲ ਦੇ ਵਿਧਾਇਕਾਂ ਦੇ ਵੱਲੋਂ ਕੀਤਾ ਗਿਆ ਸੀ। ਹੁਣ ਹਰਿਆਣੇ ਦੇ ਸਪੀਕਰ ਦੇ ਵੱਲੋਂ FIR ਦਰਜ ਹੋ ਸਕਦੀ ਹੈ, ਇਸ ਦੇ ਲਈ ਕਮੇਟੀ ਗਠਿਤ ਹੋ ਗਈ ਹੈ। ਕਿੱਦਾਂ ਵੇਖ ਰਹੇ ਹੋ? ਦੇਖੋ, ਹਰਿਆਣੇ ਦੇ ਸਪੀਕਰ ਨੇ ਇੱਕ ਤਾਂ ਪੰਜਾਬ ਵਾਲੇ ਸਪੀਕਰ ਨੂੰ ਫੋਨ ਕੀਤਾ, ਵਿਰੋਧ ਜਤਾਇਆ, ਨਾਰਾਜ਼ਗੀ ਜਤਾਈ। ਦੂਸਰਾ, ਉਹਨਾਂ ਨੇ ਜਿਹੜੇ ਉਹਨਾਂ ਦੇ ਪ੍ਰਸ਼ਾਸਨਿਕ ਅਫਸਰ ਨੇ, ਜਿਹੜੇ ਗ੍ਰਹਿ ਸਕੱਤਰ ਨੇ, ਗ੍ਰਹਿ ਸੈਕਟਰੀ, ਉਹਨਾਂ ਨੂੰ ਪੂਰੇ ਮਾਮਲੇ ਦੀ ਜਾਂਚ ਕਰ ਲਈ ਕਿਹਾ। ਹੁਣ ਅਧਿਕਾਰੀਆਂ ਦੀ ਕਮੇਟੀ ਬਣੂ ਹਰਿਆਣੇ ਦੇ, ਚੰਡੀਗੜ੍ਹ ਦੇ, ਕਿਉਂਕਿ ਵਿਧਾਨ ਸਭਾ ਚੰਡੀਗੜ੍ਹ 'ਚ ਆਉਂਦੀ ਹੈ। ਹੁਣ ਇਸ ਮਾਮਲੇ ਦੀ ਜਾਂਚ ਕਰਨਗੇ ਤੇ ਹੋ ਸਕਦਾ ਉਸ ਤੋਂ ਬਾਅਦ ਕੋਈ ਕੇਸ ਵੀ ਦਰਜ ਕਰ ਦੇਣ। ਪਰ ਇਹ ਅਕਾਲੀ ਦਲ ਦੇ ਲੀਡਰ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਹੁਣ ਜਿਹੜੀਆਂ ਉਹ ਵੀਡੀਓ ਕਲਿੱਪਿੰਗਸ ਨੇ ਜਾਂ ਉੱਥੇ CCTV ਕੈਮਰਾਜ਼ ਜਿਹੜੇ ਲੱਗੇ ਹੋਏ ਨੇ ਗਗਨ ਜੀ, ਉਹਨਾਂ ਸਾਰੇ ਕੈਮਰਾਜ਼ ਨੂੰ ਖੰਗਾਲਿਆ ਜਾਊਗਾ, CCTV ਫੁਟੇਜਸ ਕੱਢੀਆਂ ਜਾਣਗੀਆਂ ਜੀ। ਉਹ ਸਾਰਿਆਂ ਦੇ ਆਧਾਰ ਤੇ ਹੁਣ ਪਛਾਣ ਕੀਤੀ ਜਾਊਗੀ ਵੀ ਕਿਹੜੇ ਲੋਕ ਸੀ ਜਿਨ੍ਹਾਂ ਨੇ ਮਨੋਹਰ ਲਾਲ ਖੱਟਰ ਉਹਨਾਂ ਦਾ ਘਰਾਓ ਕਰਨ ਦਾ ਉੱਥੇ ਕੋਸ਼ਿਸ਼ ਕੀਤੀ। ਹੁਣ ਨਾਅਰੇਬਾਜ਼ੀ ਵੀ ਉੱਥੇ ਹੋਈ ਜੀ। ਦੇਖੋ, ਉੱਥੇ ਇੱਕ ਨਾਅਰਾ ਬੜਾ ਲੱਗਿਆ, ਉੱਥੇ ਖੱਟਰ ਮੋਦੀ ਕਿਸਾਨ ਵਿਰੋਧੀ, ਅਕਾਲੀਆਂ ਨੇ ਨਾਅਰੇ ਮਾਰੇ ਜੀ। ਹਾਂਜੀ, ਦੇਖੋ, ਇੱਕ ਪਾਸੇ ਤਾਂ ਅਕਾਲੀ ਉੱਥੇ ਖੱਟਰ ਮੋਦੀ ਕਿਸਾਨ ਵਿਰੋਧੀ, ਆ ਰਾਜਾ ਵੜਿੰਗ ਨੇ ਟਵੀਟ ਕਰਤਾ, ਕਹਿੰਦੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਜੇ ਉਹ ਬੰਗਲਾ ਨਹੀਂ ਛੱਡਿਆ ਸਰਕਾਰੀ ਜੀ। ਸੋ ਅਕਾਲੀ ਦਲ ਵਾਲਿਆਂ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਗਰ ਉੱਥੋਂ ਬੰਗਲਾ ਨਹੀਂ ਛੱਡਿਆ ਤੇ ਉਹ ਛਡਾ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ, ਤਾਂ ਕਿ ਗੱਲ ਹੋਰ ਸਪਸ਼ਟਤਾ ਦੇ ਨਾਲ ਬਾਹਰ ਆਵੇ। ਬਾਕੀ ਪਤਾ ਨਹੀਂ, ਕੋਈ ਅਕਾਲੀ ਦਲ ਨੇ ਪ੍ਰੈਸ ਨੋਟ ਹਜੇ ਉਹਦੇ ਤੇ ਕੋਈ ਜਾਰੀ ਨਹੀਂ ਕੀਤਾ, ਹੋ ਸਕਦਾ ਛੱਡ ਵੀ ਦਿੱਤਾ ਹੋਵੇ, ਨਾ ਪਤਾ ਹੋਵੇ ਰਾਜਾ ਵੜਿੰਗ ਨੂੰ। ਸੋ ਪਰ ਅਕਾਲੀ ਦਲ ਨੇ ਜਿਹੜੇ ਉੱਥੇ ਜਾ ਕੇ ਨਾਅਰੇ ਮਾਰੇ, ਜਿਹੜਾ ਉੱਥੇ ਪ੍ਰੋਟੈਸਟ ਕੀਤਾ, ਕਿਤੇ ਨਾ ਕਿਤੇ ਉਸ ਮਾਮਲੇ ਨੂੰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਮਨੋਹਰ ਲਾਲ ਖੱਟਰ, ਉਹਨਾਂ ਨੂੰ ਚੰਗਾ ਨਹੀਂ ਲੱਗਿਆ, ਉਹਨਾਂ ਨੂੰ ਪਸੰਦ ਨਹੀਂ ਆਇਆ। ਸੋ ਉਹਨਾਂ ਨੇ ਨਿਸ਼ਚਿਤ ਤੌਰ ਦੇ ਉੱਤੇ ਗੱਲ ਕੀਤੀ ਹੋਣੀ, ਕਿਉਂਕਿ ਜਿਹੜਾ ਵਿਧਾਨ ਸਭਾ ਦਾ ਜਿਹੜਾ ਪਰਿਸਰ ਹੈ ਉਹ ਅਧਿਕਾਰ ਖੇਤਰ ਹੁੰਦਾ ਹੈ ਵਿਧਾਨ ਸਭਾ ਦੇ ਸਪੀਕਰ ਦਾ। ਸੋ ਉੱਥੋਂ ਦੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ, ਉਹਨਾਂ ਨੇ ਇਹ ਕਾਰਵਾਈ ਹੈ ਜਿਹੜੀ ਆਰੰਭੀ ਹੈ। ਹੁਣ ਇਹ ਕਮੇਟੀ ਬਣੂਗੀ ਇੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ, ਉਹ ਇਸ ਮਾਮਲੇ ਦੀ ਜਾਂਚ ਕਰੂ, ਕਿਹੜਾ MLA ਨੇੜੇ ਸੀ, ਕਿਹਦੀ ਭੂਮਿਕਾ ਕੀ ਸੀ, ਉਸ ਹਿਸਾਬ ਦੇ ਨਾਲ ਫਿਰ ਇੱਕ ਰਿਪੋਰਟ ਬਣਨ ਤੋਂ ਬਾਅਦ ਇਹਦੇ ਤੇ ਕੇਸ ਦਰਜ ਹੋਊਗਾ ਔਰ ਇਹ ਮੁੱਦਾ ਸਿਆਸੀ ਬਣ ਜਾਊਗਾ। ਦੇਖੋ ਜੀ, ਤੇ ਡਾਲਾ ਸਾਹਿਬ, ਉੱਧਰ ਹਰਿਆਣਾ ਪੁਲਿਸ ਨੇ ਹੈਲੀਕਾਪਟਰ ਮੰਗਿਆ ਸੀ ਕਹਿੰਦੇ, ਤੇ ਪਰ ਉੱਥੋਂ ਦੇ ਇੱਕ ਮੰਤਰੀ ਸਾਹਿਬ ਨੇ ਉਹਨਾਂ ਨੇ ਦੇਣ ਤੋਂ ਮਨਾ ਕਰਤਾ। ਕਿੱਦਾਂ ਹੈ? ਗ੍ਰਹਿ ਮੰਤਰੀ, ਦੇਖੋ, ਇੱਕ ਫਾਈਲ ਗਈ ਸੀ, ਇਹ ਛੋਟੀ ਜੀ ਗੱਲ ਹੈ, ਅਨਿਲ ਵਿਜ ਹੋਣਾ ਦੀ, ਤੁਸੀਂ ਸੁਣਾ ਵੀ ਦਿਓ ਜੀ। ਕਹਿੰਦੇ ਹਰਿਆਣੇ ਦੀ ਪੁਲਿਸ ਚਾਹੁੰਦੀ ਹੈ ਵੀ ਅਸੀਂ ਹੈਲੀਕਾਪਟਰ ਖਰੀਦੀਏ, ਤੇ ਉਹ ਇੱਕ ਹੈਲੀਕਾਪਟਰ ਖਰੀਦਣ ਬਾਰੇ ਜਿਹੜੀ ਫਾਈਲ ਹੈ ਉਹ ਹਰਿਆਣੇ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਨਿਲ ਵਿਜ ਸਾਹਿਬ ਜੀ, ਉਹਨਾਂ ਕੋਲੇ ਗਈ, ਤੇ ਅਨਿਲ ਵਿਜ ਹੋਣੀ ਕਹਿੰਦੇ ਵੀ ਮੈਂ ਉਹ रिजेक्ट करती फाइल। उन्होंने गाली सुना दो पूरी। बिल्कुल, एक फाइल आई थी कि पुलिस डिपार्टमेंट के लिए अलग से हेलीकॉप्टर खरीदा जाए, तो मैं तो उससे सहमत नहीं हुआ, इसलिए मैंने उसको रिजेक्ट कर दिया। देखो, तुसी गल सुनी, सो उन्होंने ये रिजेक्ट करती, पर देखो ये ਜਦੋਂ ਪੁਲਿਸ ਨੇ ਫੈਸਲਾ ਕੀਤਾ ਵੀ ਅਸੀਂ ਹੈਲੀਕਾਪਟਰ ਖਰੀਦਣਾ ਹੈ, ਇਹਦੇ ਪਿੱਛੇ ਕੋਈ ਠੋਸ ਕਾਰਨ ਤਾਂ ਗਗਨ ਹੋਣਗੇ ਜੀ। ਆ ਕਿਤੇ ਕਿਸਾਨ ਅੰਦੋਲਨ ਕਰਕੇ ਨਾ ਪੁਲਿਸ ਹੈਲੀਕਾਪਟਰ ਚਾਹੁੰਦੀ ਹੋਵੇ ਜੀ, ਵੀ ਆਪਾਂ ਹੈਲੀਕਾਪਟਰ ਤੇ ਚੜ੍ਹ ਕੇ ਮੁਆਇਨਾ ਕਰ ਲਿਆ ਕਰੀਏ ਹਰਿਆਣੇ ਦਾ, ਵੀ ਕੋਈ ਕਿਸਾਨ ਬਾਰਡਰ ਤਾਂ ਨਹੀਂ ਟੱਪ ਰਿਹਾ, ਜਾਂ ਅਸੀਂ ਹਰਿਆਣੇ ਦੀਆਂ ਸਰਹੱਦਾਂ ਦੀ ਨਿਗਰਾਨੀ ਕਰ ਲਈਏ। ਪਰ ਹੈਲੀਕਾਪਟਰ ਸਸਤਾ ਨਹੀਂ ਹੁੰਦਾ, ਪੁਲਿਸ ਹੋਰ ਸਾਧਨ ਵਰਤੇ, ਹੈਲੀਕਾਪਟਰ ਬੜਾ ਮਹਿੰਗਾ ਹੁੰਦਾ ਜੀ ਗਗਨ। ਬਿਲਕੁਲ। ਸੋ ਇਸ ਕਰਕੇ ਮੈਂ ਦੇਖੋ ਹੈਲੀਕਾਪਟਰ ਤੋਂ ਬਿਨਾਂ ਵੀ ਹੋਰ ਬੜੇ ਢੰਗ ਤਰੀਕੇ ਹੋ ਸਕਦੇ ਨੇ ਜੀ। ਸੋ ਉੱਥੋਂ ਦੇ ਗ੍ਰਹਿ ਮੰਤਰੀ ਨੇ ਇਹ ਫਾਈਲ ਰਿਜੈਕਟ ਕਰਕੇ ਵਾਪਸ ਭੇਜਤੀ। ਹੁਣ ਦੇਖੋ ਕੀ ਬਣਦਾ ਜੀ, ਕੀ ਪੁਲਿਸ ਇਸ ਮੰਗ ਨੂੰ ਰੱਦ ਕਰਦੀ ਹੈ ਜਾਂ ਨਵੇਂ ਸਿਰੇ ਤੋਂ ਵਿਚਾਰ ਹੁੰਦੀ ਹੈ ਜੀ। ਤੇ ਡਾਲਾ ਸਾਹਿਬ, ਹਰਜੀਤ ਗਰੇਵਾਲ ਦੇ ਬਿਆਨ ਦੀ ਜ਼ਰੂਰ ਗੱਲ ਕਰਾਂਗੇ। ਭਾਜਪਾ ਦੀ ਆਗੂ ਨੇ ਪਿਛਲੇ ਦਿਨਾਂ 'ਚ ਵੀ ਕਈ ਅਜਿਹੇ ਬਿਆਨ ਨੇ ਜਿਨ੍ਹਾਂ ਤੋਂ ਲੈ ਕੇ ਕਿਸਾਨ ਜ਼ਰੂਰ ਨਾਰਾਜ਼ ਹੋਏ ਨੇ ਹਰਜੀਤ ਗਰੇਵਾਲ ਹੁਣਾਂ ਤੋਂ। ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਹੁਣਾਂ ਦਾ ਬਿਆਨ ਆਉਂਦਾ ਹੈ। ਦੇਖੋ, ਆਪਾਂ ਗੱਲ ਕਰ ਰਹੇ ਸੀ ਨਾ ਜਿਵੇਂ ਪੱਛਮੀ ਬੰਗਾਲ ਦੀ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟਤੀ, ਕਈ ਵਾਰੀ ਮੈਂ ਕੱਟ ਦਿੰਦਾ ਉਤਸ਼ਾਹ 'ਚ ਜੀ। ਪੱਛਮੀ ਬੰਗਾਲ ਗਏ ਹੋਣੇ ਹਰਜੀਤ ਗਰੇਵਾਲ, ਮਾਫ ਕਰਨਾ ਬੀਜੇਪੀ ਦੇ ਕਿਸਾਨ ਉੱਥੇ ਕਹਿ ਰਹੇ ਨੇ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਇਸ ਗੱਲ ਨੂੰ ਹਰਜੀਤ ਗਰੇਵਾਲ ਨੇ ਬਹੁਤ ਬੁਰਾ ਮਨਾਇਆ। ਹਰਜੀਤ ਗਰੇਵਾਲ ਕਹਿੰਦੇ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੀ, ਕਹਿੰਦੇ ਅਸੀਂ ਕੌਨਫੀਡੈਂਟ ਹਾਂ ਕਿ ਸਾਡੀ ਸਰਕਾਰ ਬਣੂਗੀ। ਮੈਂ ਉਹੀ ਪਹਿਲਾਂ ਕਿਹਾ ਸੀ ਵੀ ਇਹ ਟੈਸਟ ਹੈ। ਮੈਨੂੰ ਲੱਗਦਾ ਵੀ ਕਿਸਾਨ ਅੰਦੋਲਨ ਦਾ ਪ੍ਰਭਾਵ ਪਊਗਾ, ਬੀਜੇਪੀ ਨੂੰ ਨਹੀਂ ਲੱਗਦਾ ਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਪਊਗਾ। 27 ਮਾਰਚ ਨੂੰ ਪਹਿਲੇ ਗੇੜ ਦੀਆਂ ਵੋਟਾਂ ਨੇ, 8ਵੇਂ ਗੇੜ ਦੀਆਂ ਵੋਟਾਂ ਪੈ ਕੇ ਨਤੀਜੇ ਆ ਜਾਣੇ ਨੇ ਤੇ ਫਿਰ ਇਹ ਸਾਬਤ ਹੋਊਗਾ। ਪਰ ਹਰਜੀਤ ਗਰੇਵਾਲ ਦੀ ਗੱਲ ਜ਼ਰੂਰ ਸੁਣਾ ਦਿਓ ਜੀ। ਕਿਸਾਨ ਲੀਡਰ ਵੈਸਟ ਬੰਗਾਲ ਅਸਾਮ ਲਈ ਭਾਜਪਾ ਦਾ ਤੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਵਾਸਤੇ ਹੈਗੇ। ਮੇਰਾ ਉਹਨਾਂ ਨੂੰ ਇਹ ਕਹਿਣਾ ਕਿ
ਉੱਥੇ ਜਾ ਕੇ ਕਿਸਾਨ ਦਾ ਕੀ ਹਿੱਤ ਹੋਏਗਾ। ਉਹ ਆਪਣੇ ਰਾਜਨੀਤਿਕ ਹਿੱਤ ਸਾਧਨ ਦੇ ਲਈ ਗਏ ਆ, ਇਸ ਤੋਂ ਸਾਫ਼ ਹੋ ਗਿਆ। ਔਰ ਜਦੋਂ ਕਿਸਾਨ ਜਿਹੜੇ ਅਸਲੀ ਕਿਸਾਨ ਸੜਕਾਂ 'ਤੇ ਬੈਠੇ ਆ, ਉਹਨਾਂ ਨੂੰ ਇਹ ਚੀਜ਼ ਦੀ ਜਾਣਕਾਰੀ ਹੋ ਜਾਏਗੀ ਤੇ ਮੇਰਾ ਖਿਆਲ ਆ ਉਹ ਕਿਸਾਨ ਉਹਨਾਂ ਨੂੰ ਆਪਣੇ ਆਪ ਹੀ ਅਲੱਗ-ਥਲੱਗ ਕਰ ਦੇਣਗੇ। ਔਰ ਵੈਸਟ ਬੰਗਾਲ ਤੇ ਅਸਾਮ 'ਚ ਤੇ ਜਿੰਨਾਂ ਰਾਜਾਂ 'ਚ ਚੋਣਾਂ ਹੋ ਰਹੀਆਂ ਨੇ, ਭਾਜਪਾ ਨੂੰ ਔਰ ਪ੍ਰਧਾਨ ਮੰਤਰੀ ਜੀ ਨੂੰ ਕਿਸਾਨਾਂ ਦੇ ਵੋਟ ਵੀ ਮਿਲਣੇ ਆ। ਅਸੀਂ ਵੈਸਟ ਬੰਗਾਲ 2/3 ਮੈਜੋਰਿਟੀ ਲੈਣ ਜਾ ਰਹੇ ਹਾਂ ਤੇ ਫਿਰ ਇਹ ਆ ਕੇ ਕੀ ਸ਼ਕਲ ਦਿਖਾਉਣਗੇ ਔਰ ਕੀ ਕਿਸਾਨ ਦਾ ਹਿੱਤ ਹੋਏਗਾ ਇਹਨਾਂ ਦੇ ਬੰਗਾਲ 'ਚ ਘੁੰਮਣ ਨਾਲ। ਤੇ ਮੈਂ ਸਮਝਦਾ ਕਿ ਜਿਹੜੀਆਂ ਇਹ ਧਮਕੀਆਂ ਦੇ ਰਹੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਇਹ ਕਿਸਾਨ ਹਿੱਤ ਦੀਆਂ ਜਾਂ ਕਿਸਾਨ ਇੱਦਾਂ ਦੀ ਗੱਲ ਕਦੇ ਵੀ ਨਹੀਂ ਕਰਦੇ। ਸੋ ਹਰਜੀਤ ਗਰੇਵਾਲ ਦੀ ਗੱਲ ਤੁਸੀਂ ਸੁਣਾਈ ਗਗਨ ਜੀ। ਹਰਜੀਤ ਗਰੇਵਾਲ ਨੇ ਪਹਿਲਾਂ ਵੀ ਕਈ ਵਾਰੀ ਇਸ ਤਰੀਕੇ ਦੇ ਬਿਆਨ ਦਿੱਤੇ ਨੇ। ਸਿਰਫ ਇਹੀ ਨਹੀਂ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਮਦਦ ਕੀਤੀ ਗਈ, ਭਾਵੇਂ ਕਿਸੇ ਵੀ ਰੂਪ 'ਚ ਮਦਦ ਕੀਤੀ ਗਈ, ਭਾਵੇਂ ਹੁਣ ਸਹਾਇਤਾ ਰਾਸ਼ੀ ਜਿਹੜੇ ਸ਼ਹੀਦ ਹੋਏ ਨੇ ਕਿਸਾਨ ਇਸ ਅੰਦੋਲਨ 'ਚ ਉਹਨਾਂ ਨੂੰ ਦਿੱਤੀ ਜਾ ਰਹੀ ਹੈ, ਹਰਜੀਤ ਗਰੇਵਾਲ ਨੇ ਉਹਦੇ ਉੱਪਰ ਵੀ ਸਫਾਈ ਮੰਗੀ ਹੈ। ਪਹਿਲਾਂ ਚਿੱਠੀ ਵੀ ਲਿਖੀ ਸੀ ਉਹਨਾਂ ਨੇ, ਬੀਬੀ ਜਗੀਰ ਕੌਰ ਦਾ ਬਿਆਨ ਆਇਆ, ਫਿਰ ਇੱਕ ਵਾਰ ਫਿਰ ਹਰਜੀਤ ਗਰੇਵਾਲ ਨੇ ਇਸ ਪੂਰੇ ਮਾਮਲੇ ਦੇ ਉੱਤੇ ਖੁੱਲ੍ਹ ਕੇ ਆਪਣਾ ਬਿਆਨ ਦਿੱਤਾ। ਮੈਂ ਚਾਹੂੰਗਾ ਇਸ ਬਿਆਨ ਨੂੰ ਵੀ ਇੱਕ ਵਾਰੀ ਪੂਰਾ ਸੁਣਾ ਦਿਓ, ਪਰ ਅਸੀਂ ਉਮੀਦ ਕਰਾਂਗੇ ਕਿ ਬੀਬੀ ਜਗੀਰ ਕੌਰ ਵੀ ਇਹਦੇ ਉੱਪਰ ਜ਼ਰੂਰ ਪ੍ਰਤੀਕਰਮ ਜ਼ਰੂਰ ਦੇਣ। ਮੈਨੂੰ ਲੱਗਦਾ ਉਹ ਅੱਜ ਆ ਜਾਊਗਾ, ਅੱਜ ਸ਼ਾਮ ਤੱਕ ਅਸੀਂ ਆਸ ਕਰਦੇ ਹਾਂ ਕਿ ਜ਼ਰੂਰ ਪ੍ਰਤੀਕਰਮ ਉਹਨਾਂ ਦਾ ਆ ਜਾਊਗਾ। ਜੀ ਬਿਲਕੁਲ, ਪਰ ਇਸ ਬਿਆਨ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਰੂਰ ਜਵਾਬ ਦਿੱਤਾ, ਉਹ ਵੀ ਤੁਹਾਨੂੰ ਸੁਣਾਉਂਦੇ ਜੀ। ਜਿਸ ਤਰ੍ਹਾਂ ਦੇ ਸਟਰਕਚਰ ਬਣਾ ਕੇ ਦੇਣ ਦੀ ਗੱਲ ਹੋ ਰਹੀ ਹੈ ਟੈਂਪਰੇਰੀ, ਔਰ ਹੋਰ ਸੁਵਿਧਾਵਾਂ ਦੀ ਗੱਲ ਹੋ ਰਹੀ ਹੈ, ਉੱਥੇ ਲੰਗਰ ਦੀ ਵਿਵਸਥਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਜਗ੍ਹਾ ਵੀ ਕਰ ਸਕਦੀ ਹੈ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿ ਬਾਕੀ ਅੰਦੋਲਨਾਂ 'ਚ ਵੀ ਇਸ ਤਰ੍ਹਾਂ ਦਾ ਹੀ ਵਿਵਹਾਰ ਕਰਨਗੇ, ਤੇ ਮੈਂ ਸਮਝਦਾ ਇਹ ਠੀਕ ਨਹੀਂ ਹੈ ਔਰ ਇਸ ਨੂੰ ਜ਼ਰੂਰ ਦਰੁਸਤ ਕਰਨਾ ਚਾਹੀਦਾ। ਔਰ ਬੀਬੀ ਜਗੀਰ ਕੌਰ ਜੀ ਸਾਨੂੰ ਜ਼ਰੂਰ ਦੱਸਣ ਕਿ ਸੰਗਤਾਂ ਨੇ ਜੇ ਪੁੱਛਣਾ ਹੋਵੇ ਕਿ ਬਰਗਾੜੀ ਦੇ ਅੰਦਰ ਇਸ ਤਰ੍ਹਾਂ ਦੀਆਂ ਵਿਵਸਥਾ ਕਿਉਂ ਨਹੀਂ ਕੀਤੀਆਂ ਗਈਆਂ, ਬਰਗਾੜੀ ਦੇ ਬਾਰੇ 'ਚ ਇਨਸਾਫ ਕਿਉਂ ਨਹੀਂ ਮਿਲਿਆ, ਔਰ ਬਹਿਬਲ ਕਲਾਂ ਦੇ ਬਾਰੇ 'ਚ ਵੀ ਦੱਸਣ, ਔਰ ਕੋਟਕਪੂਰਾ ਦੇ ਬਾਰੇ ਵੀ ਦੱਸਣ। ਔਰ ਇਸੇ ਤਰ੍ਹਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ 325 ਸਵਰੂਪ ਜਿਹੜੇ ਗੁਰੂ ਸਾਹਿਬ ਦੇ ਗੁੰਮਸ਼ੁਦਗੀ ਦੀ ਗੱਲ ਆ ਜਾਂ ਉਸ ਤੋਂ ਵੱਧ ਵੀ ਸਵਰੂਪ ਨੇ, ਉਹਨਾਂ ਦੇ ਬਾਰੇ ਸੰਗਤਾਂ ਕਿੱਥੋਂ ਪੁੱਛਣ, ਇਹਨਾਂ ਚੀਜ਼ਾਂ ਦਾ ਵੀ ਜ਼ਰੂਰ ਜਵਾਬ ਦੇਣ। ਔਰ ਰਾਜਨੀਤਿਕ ਹਿੱਤ ਸਾਧਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਨਾ ਕਰੇ, ਇਹ ਸਾਡੀ ਅਪੀਲ ਤੇ ਪ੍ਰਾਰਥਨਾ ਉਹਨਾਂ ਨੂੰ। ਨਹੀਂ, ਦੇਖੋ ਜਿੱਥੇ ਵੀ ਸਿੱਖ ਸੰਗਤ ਜਿਹੜੀ ਹੈ ਲੰਗਰ ਦੀ ਤੋੜ ਮਹਿਸੂਸ ਕਰੂਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈ ਕਿ ਉੱਥੇ ਸਿੱਖ ਸੰਗਤ ਨੂੰ ਲੰਗਰ ਛਕਾਵੇ। ਜੇ ਉਹਨਾਂ ਨੂੰ ਲੋੜ ਹੈ ਲੰਗਰ ਦੀ ਤੇ ਉਹਨਾਂ ਨੂੰ ਵੀ ਲੰਗਰ ਜਿਹੜਾ ਸ਼੍ਰੋਮਣੀ ਕਮੇਟੀ ਭਜਵਾ ਦੇਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਿੱਖ ਸੰਸਥਾਵਾਂ ਦਾ ਫਰਜ਼ ਹੈ ਭੋਜਨ ਪਾਣੀ ਛਕਾਉਣਾ, ਲੰਗਰ ਪਾਣੀ ਛਕਾਉਣਾ, ਔਰ ਸਿੱਖ ਸੰਸਥਾਵਾਂ ਆਪਣਾ ਫਰਜ਼ ਬਾਖੂਬੀ ਨਿਭਾ ਰਹੀਆਂ। ਉਹ ਕਹਿੰਦੇ ਧਾਰਮਿਕ ਰੰਗ ਦੇ ਰਹੀ ਹੈ ਜੀਪੀਸੀ। ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਕਿਸਾਨ ਬੈਠੇ ਨੇ, ਸਾਡੇ ਪਿੰਡਾਂ ਦੇ ਨੇ, ਸਾਡੇ ਨਗਰਾਂ ਦੇ ਨੇ, ਕਸਬਿਆਂ ਦੇ ਨੇ, ਉਹਨਾਂ ਨੂੰ ਲੰਗਰ ਦੀ ਲੋੜ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨਾਂ ਦੀ ਲੋੜ ਪੂਰੀ ਕਰ ਰਹੀ ਹੈ। ਇਹਦੇ 'ਚ ਮਾੜੀ ਕੋਈ ਗੱਲ ਨਹੀਂ। ਕਿਸਾਨੀ ਵਾਹਿਗੁਰੂ ਅੱਗੇ ਅਰਦਾਸ ਹੈ, ਸੱਚੇ ਪਾਤਸ਼ਾਹ ਕਿਰਪਾ ਕਰੇ, ਜਲਦੀ ਕੋਈ ਨਾ ਕੋਈ ਹੱਲ ਨਿਕਲੇ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਜਿਹੜਾ ਇਸ ਲਈ ਯਤਨਸ਼ੀਲ ਹੈ ਕਿ ਜਿਹੜੇ ਸਾਡੇ ਪੰਥ ਦੇ ਆਪਸੀ ਜਿਹੜੇ ਮਤਭੇਦ ਹੈ, ਕੋਈ ਵਿਚਾਰਕ ਮਤਭੇਦ ਹੈ, ਕੋਈ ਹੋਰ ਮਤਭੇਦ ਹੈ, ਇਹਨਾਂ ਨੂੰ ਦੂਰ ਕੀਤਾ ਜਾਏ। ਵੈਸੇ ਕਾਫੀ ਹੱਦ ਤੱਕ ਜਿਹੜੀ ਹੈ ਉਹ ਸੰਤੁਸ਼ਟੀ ਜਿਹੜੀ ਹੈ ਉਹ ਹੋ ਚੁੱਕੀ ਹੈ। ਜੇ ਕਿਤੇ ਥੋੜੀ ਬਹੁਤੀ ਹੈ ਤੇ ਉਹਨੂੰ ਆਉਣ ਵਾਲੇ ਸਮੇਂ 'ਚ ਦੂਰ ਕੀਤਾ ਜਾਊਗਾ। ਸਿੰਘ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਨੂੰ ਸੱਦਾ ਭੇਜਿਆ ਜਾਏਗਾ ਵਿਸ਼ੇਸ਼ ਤੌਰ ਤੇ? ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖਣਾ ਹੈਗਾ ਕਿ ਕਿਸ ਪੋਲੀਟੀਕਲ ਨੂੰ ਬੁਲਾਉਣਾ ਹੈ, ਕਿਸ ਪੋਲੀਟੀਕਲ ਨੂੰ ਨਹੀਂ ਬੁਲਾਉਣਾ। ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ, ਸੰਗਤਾਂ ਦੀਆਂ ਸੁਵਿਧਾਵਾਂ ਦਾ ਇੰਤਜ਼ਾਮ ਔਰ ਉਸ ਦੇ ਨਾਲ ਨਾਲ ਐਜੂਕੇਸ਼ਨ ਬੱਚਿਆਂ ਦੀ, ਔਰ ਜਿਹਦੇ 'ਚ ਸਿੱਖ ਬੱਚੇ ਜ਼ਿਆਦਾ ਕੰਪੀਟੀਟਿਵ ਐਗਜ਼ਾਮਾਂ 'ਚ ਅੱਗੇ ਆਉਣ, ਔਰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ, ਜਿਹਦੇ ਨਾਲ ਸਿੱਖਾਂ ਦੀ ਆਇਡੈਂਟੀਟੀ ਨੂੰ ਜੋ ਖਤਰਾ ਹੋ ਰਿਹਾ, ਵਿਦੇਸ਼ਾਂ 'ਚ ਉਹਨਾਂ 'ਤੇ ਹਮਲੇ ਹੋ ਰਹੇ ਆ, ਮੁਸਲਮਾਨ ਸਮਝ ਕੇ ਹਮਲੇ ਹੋ ਜਾਂਦੇ ਆ, ਉਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ। ਤੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਰਾਜਨੀਤਿਕ ਦਲ ਦੇ ਹਿੱਤ ਸਾਧਨ ਲਈ ਕੰਮ ਕਰਦੀ ਹੈ, ਉਹ ਨਹੀਂ ਕਰਨੇ ਚਾਹੀਦੇ। ਜਿਸ ਤਰ੍ਹਾਂ ਤਲਵੰਡੀ ਸਾਬੋ ਦੇ ਅੰਦਰ ਸਰਦਾਰ ਸੁਖਬੀਰ ਸਿੰਘ ਬਾਦਲ ਚੈੱਕ ਵੰਡ ਰਹੇ ਆ, ਬੀਬੀ ਜਗੀਰ ਕੌਰ ਉਹਨਾਂ ਦੇ ਨਾਲ ਨੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੈੱਕ ਉਹਨਾਂ ਲੋਕਾਂ ਨੂੰ ਦਿੱਤੇ ਗਏ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਜਿਨ੍ਹਾਂ ਦੀ ਮ੍ਰਿਤੂ ਹੋ ਗਈ, ਔਰ ਉਹਨਾਂ ਪਰਿਵਾਰਾਂ ਨੂੰ ਦਿੱਤੇ ਗਏ। ਸੋ ਦੋਵਾਂ ਧਿਰਾਂ ਦੇ ਜਿਹੜੇ ਪ੍ਰਤੀਕਰਮ ਹੈ ਉਹ ਆ ਗਏ ਨੇ ਇਸ ਮਸਲੇ ਤੇ। ਸੋ ਗਗਨ, ਇਹ ਮਸਲਾ ਵੀ ਦੇਖੋ ਹੌਲੀ ਹੌਲੀ ਇਹ ਮਸਲਾ ਵੀ ਕਾਫੀ ਜ਼ਿਆਦਾ ਸਿਆਸੀ ਬਣਦਾ ਜਾ ਰਿਹਾ ਹੈ ਕਿਤੇ ਨਾ ਕਿਤੇ। ਔਰ ਹਰਜੀਤ ਗਰੇਵਾਲ ਹੋਣੀ ਪਹਿਲਾਂ ਵੀ, ਹਰਜੀਤ ਗਰੇਵਾਲ ਉਹਨਾਂ ਦੇ ਬਿਆਨਾਂ ਤੋਂ ਬਾਅਦ ਕਾਫੀ ਜ਼ਿਆਦਾ ਪੰਜਾਬ 'ਚ ਸਿਆਸੀ ਤਰਥੱਲੀ ਰਹੀ ਹੈ। ਸੋ ਹੁਣ ਵੀ ਦੇਖੋ, ਪਰ ਹਰਜੀਤ ਗਰੇਵਾਲ ਜਿਹੜੇ ਨੇ ਉਹ ਆਪਣਾ ਪੱਖ ਰੱਖ ਰਹੇ ਨੇ
ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਨੇ, ਉਹ ਆਪਣੇ ਤਰਕ ਨਾਲ ਗੱਲ ਕਰ ਰਹੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਆਪਣੇ ਤਰਕ ਦੇ ਨਾਲ ਗੱਲ ਕੀਤੀ ਹੈ। ਬੀਬੀ ਜਗੀਰ ਕੌਰ ਨੇ ਵੀ ਪਹਿਲਾਂ ਆਪਣਾ ਤਰਕ ਦਿੱਤਾ ਸੀ। ਬਾਕੀ ਵੇਖਦੇ ਹਾਂ ਇਹ ਮਾਮਲਾ ਕਿੱਥੇ ਤੱਕ ਅੱਗੇ ਵੱਧਦਾ ਹੈ ਜੀ। ਤੇ ਨਾਲ ਹੀ ਡੱਲਾ ਸਾਹਿਬ, ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ, ਮੈਂ ਕੋਵਿਡ ਦੇ ਹਾਲਾਤਾਂ ਦੀ ਜ਼ਰੂਰ ਗੱਲ ਕਰਾਂਗੇ। ਜਾਂਦੇ ਜਾਂਦੇ ਅੰਕੜੇ ਵੀ ਆਪਣੇ ਤੱਕ ਪਹੁੰਚ ਚੁੱਕੇ ਨੇ, ਵੀ ਮੈਂ ਚਾਹਾਂਗਾ ਕਿ ਮੋٹے-ਮੋٹے ਅੰਕੜੇ ਜ਼ਰੂਰ ਆਪਾਂ ਸਾਂਝੇ ਕਰ ਲਈਏ। ਤੇ ਡੱਲਾ ਸਾਹਿਬ, ਖਾਸ ਕਰਕੇ ਜੋ ਹਾਲਾਤ ਨੇ ਹੁਣ ਪੰਜਾਬ ਤੇ ਕਿੱਦਾਂ ਵੇਖ ਰਹੇ ਹੋ? ਕਿਉਂਕਿ ਲਗਾਤਾਰ ਸਰਕਾਰ ਦੇ ਵੱਲੋਂ ਵੱਖੋ ਵੱਖਰੀਆਂ ਸਖਤਾਈਆਂ ਕੀਤੀਆਂ। ਬੀਤੇ ਦਿਨੀ ਸਕੂਲ ਬੰਦ ਕਰਨ ਦੀ ਗੱਲ ਹੋਈ ਤੇ ਉਸ ਤੋਂ ਬਾਅਦ ਆਂਗਨਵਾੜੀ ਸਕੂਲ ਵੀ ਜਿਹੜੇ ਬੰਦ ਕਰ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ। ਕੀ ਲੱਗ ਰਿਹਾ ਸਥਿਤੀ ਮੌਜੂਦਾ ਹਾਲਾਤਾਂ ਦੇ ਵਿੱਚ ਕੀ ਬਣਦੀ ਜਾ ਰਹੀ? ਨਹੀਂ ਦੇਖੋ, ਅਗਰ ਆਪਾਂ ਪੰਜਾਬ ਦੇ ਵਿੱਚ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣਾ ਹੈ ਤੇ ਇਹੋ ਜਿਹੇ ਫੈਸਲੇ ਤਾਂ ਸਰਕਾਰ ਦੇ ਲੈਣੇ ਬਣਦੇ ਸੀ ਜੀ। ਔਰ ਸਰਕਾਰ ਨੇ ਜੋ ਗੱਲਾਂ ਕੀਤੀਆਂ, ਸਕੂਲ ਬੰਦ ਕਰਤੇ, ਮੈਂ ਤਾਂ ਹਜੇ ਇਸ ਹੱਕ 'ਚ ਹੀ ਨਹੀਂ ਸੀ ਕਿ ਸਕੂਲ ਖੋਲ੍ਹੇ ਜਾਂਦੇ। ਸਰਕਾਰੀ ਸਕੂਲ ਨੇ ਅੱਜ ਕੱਲ੍ਹ ਆਨਲਾਈਨ ਜਿਹੜੀ ਸਿੱਖਿਆ ਉਹ ਦਿੱਤੀ ਜਾ ਸਕਦੀ ਹੈ ਜੀ। ਔਰ ਸਰਕਾਰ ਸਗੋਂ ਦੀ ਮਦਦ ਇਹ ਕਰਦੀ ਵੀ ਜਿਹੜੇ ਮਾਪੇ ਆਨਲਾਈਨ ਸਿੱਖਿਆ ਲਈ ਸਮਰੱਥ ਨਹੀਂ ਹੈ, ਜਿਨ੍ਹਾਂ ਮਾਪਿਆਂ ਕੋਲੇ ਟੈਲੀਫੋਨ ਨਹੀਂ ਹੈ, ਜਿਹੜਾ ਤੁਸੀਂ ਵਾਅਦਾ ਕੀਤਾ ਸੀ ਵੀ ਨੌਜਵਾਨਾਂ ਨੂੰ ਮੋਬਾਈਲ ਦੇਵਾਂਗੇ, ਉਹ ਸਕੂਲੀ ਵਿਦਿਆਰਥੀਆਂ ਨੂੰ ਵੀ ਦੇ ਦਿਓ ਜੀ। ਉਸ ਪਾਸੇ ਸਰਕਾਰ ਧਿਆਨ ਕਰਦੀ ਤੇ ਵਿਦਿਆਰਥੀ ਬਹੁਤ ਚੰਗੀ ਐਜੂਕੇਸ਼ਨ, ਆਨਲਾਈਨ ਐਜੂਕੇਸ਼ਨ ਲੈ ਸਕਦੇ ਸੀ। ਸਕੂਲ ਹਜੇ ਨਹੀਂ ਖੋਲ੍ਹੇ ਜਾਣੇ ਚਾਹੀਦੇ ਸੀ ਜਦ ਤੱਕ ਮੁਕੰਮਲ ਤੌਰ ਦੇ ਉੱਤੇ ਜਿਹੜਾ ਕੋਵਿਡ ਹੈ ਉਹਦਾ ਨਿਪਟਾਰਾ ਨਹੀਂ ਹੁੰਦਾ। ਬੱਚਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਹੁਣ ਜਿਹੜਾ ਇਹ ਫੈਸਲਾ ਕੀਤਾ ਇਹਦਾ ਵੀ ਮੈਂ ਸਮਰਥਨ ਕਰਦਾ। ਜ਼ਰੂਰ ਜਿਹੜੇ ਸਰਕਾਰੀ ਸਕੂਲ ਨੇ ਉਹ ਬੰਦ ਕੀਤੇ ਜਾਣੇ ਚਾਹੀਦੇ ਸੀ, ਕਿਉਂਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਦੇਖੋ, ਜਦੋਂ ਬੱਚੇ ਘਰ 'ਚ ਹੁੰਦੇ ਆ ਨਾ ਜੀ, ਬਜ਼ੁਰਗਾਂ ਦੀ, ਸਿਆਣਿਆਂ ਦੀ ਬਾਹਰ ਆਵਾਜਾਈ ਆਪਣੇ ਆਪ ਘਟ ਜਾਂਦੀ ਹੈ। ਬਹੁਤੀ ਥਾਈਂ ਤਾਂ ਬੱਚਿਆਂ ਨੂੰ ਲੈਣ ਹੀ ਮਾਂ-ਬਾਪ ਨੂੰ ਜਾਣਾ ਪੈਂਦਾ ਹੈ ਗਗਨ। ਸੋ ਆਵਾਜਾਈ ਜਿਹੜੀ ਇਸੇ ਤਰ੍ਹਾਂ ਰੁਕਦੀ ਹੈ ਨਾ। ਬਾਕੀ ਦੇਖੋ, ਸਾਵਧਾਨੀਆਂ ਸਾਰਿਆਂ ਨੂੰ ਵਰਤਣੀਆਂ ਚਾਹੀਦੀਆਂ ਨੇ। ਬਾਹਰ ਜਦੋਂ ਜਾਓ ਮਾਸਕ ਪਾ ਕੇ ਜਾਓ। ਮੈਂ ਵੀ ਬਾਹਰ ਬਿਨਾਂ ਮਾਸਕ ਤੋਂ ਨਹੀਂ ਜਾਂਦਾ ਗਗਨ। ਔਰ ਮੁਕੰਮਲ ਫਾਸਲਾ ਬਣਾ ਕੇ ਰੱਖੋ ਇੱਕ ਦੂਸਰੇ ਤੋਂ। ਸੋ ਇਸ ਕਰਕੇ ਹਰ ਜਗ੍ਹਾ ਆਪਣਾ ਵੀ ਖਿਆਲ ਰੱਖੋ, ਦੂਸਰਿਆਂ ਨੂੰ ਵੀ ਨਸੀਹਤ ਦਿਓ, ਆਪਣੀ ਖੁਰਾਕ ਦਾ ਖਿਆਲ ਰੱਖੋ। ਔਰ ਇਸੇ ਤਰ੍ਹਾਂ ਅਸੀਂ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਨੂੰ ਮੰਨੀਏ। ਇਸੇ ਤਰ੍ਹਾਂ ਅਸੀਂ ਬਚ ਸਕਦੇ ਹਾਂ। ਦੇਖੋ, ਪਹਿਲਾਂ ਵੀ ਅਸੀਂ ਬਹੁਤ ਘੋਲ ਕੀਤਾ, ਅਸੀਂ ਸੰਘਰਸ਼ ਕੀਤਾ, ਜਿੱਤੇ ਪਹਿਲਾਂ ਵੀ, ਹੁਣ ਵੀ ਮੈਨੂੰ ਲੱਗਦਾ ਹੈ ਕਿ ਜ਼ਰੂਰ ਕਾਮਯਾਬੀ ਹਾਸਲ ਹੋਏਗੀ। ਔਰ ਗਗਨ, ਮੈਂ ਕੋਵਿਡ ਦਾ ਇੱਕ ਅਪਡੇਟ ਜ਼ਰੂਰ ਦੇ ਦੇਵਾਂ। ਜਿਹੜੇ ਅੰਕੜੇ ਸਰਕਾਰੀ ਤੌਰ ਤੇ ਆਏ ਨੇ, ਅੱਜ ਅਸੀਂ 14 ਮਾਰਚ ਨੂੰ ਗੱਲ ਕਰ ਰਹੇ ਹਾਂ ਆਪਸ 'ਚ, 13 ਮਾਰਚ ਤੱਕ ਦੇ ਨੇ। ਔਰ ਕੱਲ੍ਹ ਦੇ ਦਿਨ 'ਚ 13 ਮਾਰਚ 1515 ਨਵੇਂ ਕੇਸ ਆ ਗਏ ਗਗਨ, 1515। ਸੋ ਸੱਚਮੁੱਚ ਕਾਫੀ ਤੇਜ਼ੀ ਨਾਲ ਹੈ। ਇੱਕ ਵਾਰੀ ਫਿਰ ਲੁਧਿਆਣਾ 'ਚ 180 ਕੇਸ ਕੱਲ੍ਹ ਆਏ, ਜਲੰਧਰ 'ਚ 179 ਕੇਸ ਆਏ, ਪਟਿਆਲਾ 'ਚ 164 ਕੇਸ ਆਏ, ਮੋਹਾਲੀ 'ਚ 125 ਕੇਸ ਆਏ, ਅੰਮ੍ਰਿਤਸਰ 'ਚ 103 ਕੇਸ ਆਏ, ਗੁਰਦਾਸਪੁਰ 'ਚ 64 ਕੇਸ ਆਏ, ਬਠਿੰਡਾ 'ਚ 27 ਕੇਸ ਆਏ, ਹੁਸ਼ਿਆਰਪੁਰ 'ਚ 211 ਕੇਸ ਆਏ, ਫਿਰੋਜ਼ਪੁਰ 4, ਪਠਾਨਕੋਟ 9, ਸੰਗਰੂਰ 'ਚ 27 ਕੇਸ ਆਏ, ਕਪੂਰਥਲਾ 'ਚ 69 ਕੇਸ ਆਏ, ਫਰੀਦਕੋਟ 'ਚ 31, ਮੁਕਤਸਰ 'ਚ 5, ਫਾਜ਼ਿਲਕਾ 'ਚ 10, ਮੋਗਾ 'ਚ 19, ਰੋਪੜ 'ਚ 77 ਕੇਸ ਆਏ, ਫਤਿਹਗੜ੍ਹ ਸਾਹਿਬ 13 ਕੇਸ ਆਏ, ਬਰਨਾਲਾ 'ਚ 10 ਕੇਸ ਆਏ, ਤਰਨਤਾਰਨ 30 ਆਏ, ਸ਼ਹੀਦ ਭਗਤ ਸਿੰਘ ਨਗਰ 137 ਆਏ ਤੇ ਮਾਨਸਾ 'ਚ 21 ਕੇਸ ਆਏ। ਸੋ ਤੁਸੀਂ ਦੇਖ ਲਓ 22 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਕੇਸ ਆਏ। ਸੋ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ 1515 ਕੇਸ ਆਏ। ਸੋ ਸਾਨੂੰ ਜ਼ਰੂਰ ਜਿਹੜੀਆਂ ਸਾਵਧਾਨੀਆਂ ਨੇ ਉਹ ਵਰਤਣ ਦੀ ਲੋੜ ਹੈ ਗਗਨ ਜੀ। ਬਿਲਕੁਲ। ਸੋ ਕੋਵਿਡ ਦਾ ਅਪਡੇਟ ਵੀ ਤੁਹਾਡੇ ਨਾਲ ਇਸ ਕਰਕੇ ਸਾਂਝਾ ਕੀਤਾ ਕਿ ਤਾਂ ਜੋ ਦੱਸ ਸਕੀਏ ਕਿ ਸਰਕਾਰ ਕਿਉਂ ਚਿੰਤਤ ਹੋ ਰਹੀ ਹੈ, ਪ੍ਰਸ਼ਾਸਨ ਕਿਉਂ ਚਿੰਤਤ ਲਗਾਤਾਰ ਹੋ ਰਿਹਾ। ਸੋ ਪ੍ਰਸ਼ਾਸਨ ਦੀਆਂ ਸਾਰੀਆਂ ਹਦਾਇਤਾਂ ਦੀ ਜ਼ਰੂਰ ਪਾਲਣਾ ਕਰੀਏ ਤਾਂ ਜੋ ਇਸ ਬਿਮਾਰੀ ਦੇ ਅਗਲੇ ਵੇਗ ਨੂੰ ਅਸੀਂ ਸਾਰੇ ਰਲ ਮਿਲ ਕੇ ਰੋਕ ਸਕੀਏ। ਚਲੋ, ਬਹੁਤ ਬਹੁਤ ਧੰਨਵਾਦ ਜੀ ਗਗਨ। ਬਹੁਤ ਧੰਨਵਾਦ। ਸੋ ਮੈਨੂੰ ਲੱਗਦਾ ਹੈ ਕਿ ਬਹੁਤ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਸ਼ਾਮ ਨੂੰ ਫੇਰ ਮੁਲਾਕਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ। ਜਦੋਂ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ, ਕਿਸਾਨਾਂ ਨੇ ਕੈਪਟਨ ਸਾਹਿਬ ਦੇ ਵਿੱਚ ਭਰੋਸਾ ਪ੍ਰਗਟ ਕੀਤਾ, ਜਦੋਂ ਕੈਪਟਨ ਸਾਹਿਬ ਪੰਜਾਬ ਦੇ ਸੀਐਮ ਬਣੇ, ਉਸ ਤੋਂ ਬਾਅਦ ਪਹਿਲੇ ਹਾਊਸ ਦੇ ਵਿੱਚ, ਪਹਿਲੀ ਵਿਧਾਨ ਸਭਾ ਦੇ ਵਿੱਚ ਕੀ ਅਨਾਉਂਸ ਕੀਤਾ ਕਿ 10,000 ਕਰੋੜ ਰੁਪਏ ਦਾ ਕਰਜ਼ਾ ਅਸੀਂ ਕਿਸਾਨਾਂ ਦਾ ਮਾਫ ਕਰਾਂਗੇ। ਇਹ ਪਹਿਲੇ ਬਜਟ ਦੇ ਵਿੱਚ ਪਾਸ ਹੋਇਆ 10,000 ਕਰੋੜ ਰੁਪਏ ਦਾ। ਉਸ ਤੋਂ ਬਾਅਦ ਹੋਇਆ ਕੀ ਕਿ 7700 ਕਰੋੜ ਰੁਪਈਆ ਪਿਛਲੇ ਬਜਟ ਤੱਕ, ਜਿਹੜਾ ਪਿਛਲਾ ਬਜਟ ਸੀ ਲਾਸਟ ਈਅਰ ਦਾ, ਉਹਦੇ ਤੱਕ 7700 ਕਰੋੜ ਰੁਪਈਆ ਰੱਖਿਆ ਗਿਆ, ਪਰ ਲੇਕਿਨ ਕਿੰਨਾ ਮਾਫ ਕੀਤਾ? ਸਿਰਫ ਤੇ ਸਿਰਫ 4500 ਕਰੋੜ। 7700 ਰੱਖ ਕੇ 4500 ਕੀਤਾ। ਹੁਣ ਜਿਹੜਾ ਹੈਗਾ 1700 ਕਰੋੜ ਰੁਪਈਆ ਰੱਖਿਆ ਗਿਆ, 550 ਰੱਖਿਆ ਬੇਜ਼ਮੀਨੇ ਕਿਸਾਨਾਂ ਦੇ ਲਈ, ਔਰ 1100 ਰੁਪਈਆ ਰੱਖਿਆ ਗਿਆ, 1100 ਸਮਥਿੰਗ ਜਿਹੜਾ ਹੈਗਾ ਕਿਸਾਨਾਂ ਦੇ ਲਈ। ਹੁਣ ਵੀ ਅਨਾਉਂਸਮੈਂਟ ਹੋਈ ਆ। ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ
ਕੈਪਟਨ ਸਾਹਿਬ ਮਾਰ ਰਹੇ ਨੇ ਕਿ ਕਾਂਗਰਸ ਪਾਰਟੀ ਮਾਰ ਰਹੀ ਹੈ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਿਸਾਨ ਜਿਹੜਾ ਹੈਗਾ ਉਹ ਆਤਮ ਹੱਤਿਆ ਕਰ ਰਿਹਾ, ਚਾਹੇ ਆਪਾਂ ਦਸੂਹੇ ਦੀ ਗੱਲ ਕਰ ਲਈਏ, ਚਾਹੇ ਆਪਾਂ ਮੌੜ ਮੰਡੀ ਦੀ ਗੱਲ ਕਰ ਲਈਏ, ਸਮੁੱਚੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਖੁਦਕੁਸ਼ੀਆਂ 2017 ਤੋਂ ਪਹਿਲਾਂ ਜਾਰੀ ਸੀਆਂ ਉਸੇ ਤਰ੍ਹਾਂ ਹੁਣ ਵੀ ਜਾਰੀ ਨੇਗੀਆਂ। ਔਰ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣੀ ਚਾਹੁੰਦਾਗਾ ਕਿ ਜਿਹੜੇ ਕਰਜ਼ਾ ਮਾਫੀ ਸਮਾਰੋਹ ਹੋਏ, ਜਿਹੜੇ ਸਮਾਗਮ ਹੋਏ ਕਰਜ਼ਾ ਮਾਫੀ ਨੂੰ ਲੈ ਕੇ, ਉਹਨਾਂ ਤੇ ਲਗਭਗ 10 ਕਰੋੜ ਰੁਪਈਆ ਆਪਣੀ ਸ਼ੋਹਰਤ ਹਾਸਲ ਕਰਨ ਦੇ ਲਈ, ਇੱਕ ਫੋਕੀ ਸ਼ੋਹਰਤ ਹਾਸਲ ਕਰਨ ਦੇ ਲਈ 10 ਕਰੋੜ ਰੁਪਈਆ ਲਾਤਾ ਸਰਕਾਰ ਨੇ। ਜੇ 10 ਕਰੋੜ ਰੁਪਈਆ ਉਹੀ ਲਗਭਗ 400 ਜਾਂ 500 ਕਿਸਾਨਾਂ ਨੂੰ ਵੰਡਿਆ ਹੁੰਦਾ ਤਾਂ ਮੈਂ ਸਮਝਦਾ ਦਸੂਹੇ ਦੇ ਕਿਸਾਨ ਆਤਮ ਹੱਤਿਆ ਨਾ ਕਰਦੇ।